ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਧਰਤੀ ਦੇ ਪਰਿਮੰਡਲ ਨਾਮ ਦਾ ਜਿਹੜਾ ਟੌਪਿਕ ਹੈ ਜੀ, ਜਿਹੜਾ ਕਿ ਜਿਓਗ੍ਰਾਫੀ ਦੇ ਪਾਠ ਵਿੱਚੋਂ ਲਿਆ ਗਿਆ ਹੈ, ਇਹਨੂੰ ਡਿਸਕਸ ਕਰਨ ਜਾ ਰਹੇ ਹਾਂ। ਅੱਜ ਦੀ ਵੀਡੀਓ ਨੰਬਰ 5 ਹੈ। ਇਸ ਨੂੰ ਆਪਾਂ ਚੰਗੀ ਤਰ੍ਹਾਂ ਸਮਝਾਂਗੇ ਜੀ। ਇਹ ਜਿਹੜੀ ਵੀਡੀਓ ਹੈ ਇਹ ਤੁਹਾਡੇ ਪੀਐਸ ਟੈਟ ਦੇ ਸੀਟੈਟ ਦੇ ਐਗਜ਼ਾਮ ਲਈ ਕਾਫੀ ਜ਼ਿਆਦਾ ਹੈਲਪਫੁਲ ਹੈ ਜੀ। ਸੋ ਦੋਸਤੋ, ਤੁਸੀਂ ਲਾਸਟ ਤੱਕ ਜਿਹੜੀ ਇਹ ਵੀਡੀਓ ਹੈ ਜੀ ਤੁਸੀਂ ਉਹ ਵੇਖਣੀ ਹੈ, ਫੇਰ ਹੀ ਜਿਹੜੀ ਕਨਸੈਪਟ ਕਲੈਰਿਟੀ ਹੈ ਜੀ ਉਹ ਆਏਗੀ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ, ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਜਿਹੜਾ ਬੈਲ ਆਈਕਨ ਹੈ ਤੁਸੀਂ ਉਹ ਵੀ ਪ੍ਰੈਸ ਜ਼ਰੂਰ ਕਰ ਲਿਓ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ। ਸੋ ਦੋਸਤੋ, ਅੱਜ ਦਾ ਆਪਣਾ ਜਿਹੜਾ ਲੈਸਨ ਹੈ ਜੀ ਉਹਦਾ ਕੀ ਨਾਮ ਹੈ ਜੀ, ਧਰਤੀ ਦੇ ਪਰਿਮੰਡਲ, ਰਿਅਲਮਸ ਆਫ ਦ ਅਰਥ। ਇਹਨੂੰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਇੱਥੇ ਇਹਨਾਂ ਨੇ ਮੇਨਲੀ ਜਿਹੜੀ ਗੱਲ ਹੈ ਜੀ ਉਹ ਧਰਤੀ ਦੀ ਕੀਤੀ ਹੈ ਤੇ ਧਰਤੀ ਬਾਰੇ ਤੁਹਾਨੂੰ ਜਿਹੜੇ ਕੁਝ ਇੰਪੋਰਟੈਂਟ ਫੈਕਟਸ ਨੇ ਜੀ ਉਹ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇਸ ਤੋਂ ਪਹਿਲਾਂ ਜਿਹੜਾ ਆਪਾਂ ਫਰਸਟ ਲੈਸਨ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਅਰਥ ਐਜ਼ ਅ ਸੋਲਰ ਸਿਸਟਮ ਦੀ ਵੀ ਗੱਲ ਕੀਤੀ ਸੀਗੀ, ਪ੍ਰਿਥਵੀ ਸੂਰਜ ਦੇ ਪਰਿਵਾਰ ਦਾ ਅੰਗ। ਇਹਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਸੀਗੀਆਂ ਜੀ। ਸੋ ਦੋਸਤੋ, ਅੱਜ ਦੇ ਲੈਸਨ ਦੇ ਵਿੱਚ ਆਪਾਂ ਮੇਨਲੀ ਅਰਥ ਦੀ ਗੱਲ ਕਰਾਂਗੇ। ਅਰਥ ਦੇ ਵਿੱਚ ਕਿਹੜੇ ਪਰਿਮੰਡਲ ਪਾਏ ਜਾਂਦੇ ਨੇ ਜੀ, ਇਹਦੀ ਵੀ ਗੱਲ ਆਪਾਂ ਬੜੀ ਹੀ ਡਿਟੇਲ ਨਾਲ ਕਰਾਂਗੇ ਤੇ ਇਹਦੇ ਵਿੱਚੋਂ ਕਾਫੀ ਸਾਰੇ ਜਿਹੜੇ ਕੁਐਸਚਨ ਨੇ ਜੀ ਤੁਹਾਡੇ ਐਗਜ਼ਾਮ ਪੁਆਇੰਟ ਆਫ View ਤੋਂ ਇੰਪੋਰਟੈਂਟ ਨੇ। ਸੋ ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਵੀਡੀਓ ਨੂੰ। ਸੋ ਦੋਸਤੋ, ਧਰਤੀ ਬਾਰੇ ਤੁਸੀਂ ਕੀ ਜਾਣਦੇ ਹੋ? ਧਰਤੀ ਤੇ ਆਪਾਂ ਰਹਿ ਰਹੇ ਹਾਂ ਜੀ, ਇਹ ਵੀ ਸਾਨੂੰ ਪਤਾ ਹੀ ਆ। ਤੇ ਇੱਥੇ ਜੀਵਨ ਸੰਭਵ ਹੈ। ਕਿਉਂ ਸੰਭਵ ਹੈ ਜੀ? ਇਹਦੇ ਪਿੱਛੇ ਕੁਝ ਰੀਜ਼ਨ ਤਾਂ ਹੋਣਗੇ ਹੀ ਨਾ। ਜਿਵੇਂ ਮੰਨ ਲਓ ਕਿ ਆਪਾਂ ਕਿਸੇ ਹੋਰ ਪਲੈਨਟ ਤੇ ਜਾਈਏ, ਜਿਵੇਂ ਕਿ ਮਾਰਸ ਤੇ। ਕਈ ਵਾਰ ਤੁਸੀਂ ਸੁਣਿਆ ਹੋਊਗਾ ਕਿ ਸ਼ਾਇਦ ਜਿਹੜਾ ਜੀਵਨ ਹੈ ਜੀ ਜਾਂ ਫਿਰ ਕਹਿ ਲਈਏ ਲਾਈਫ ਹੈ ਜੀ ਪੋਸੀਬਲ ਹੋ ਸਕਦੀ ਹੈ, ਜੀਵਨ ਸੰਭਵ ਹੋ ਸਕਦਾ ਮਾਰਸ ਤੇ। ਮਤਲਬ ਕਿਸੇ ਨੂੰ ਐਕੂਰੇਟਲੀ ਨਹੀਂ ਪਤਾ, ਬਟ ਆਪਣੀ ਅਰਥ ਤੇ ਤਾਂ ਇਹ ਜਿਹੜਾ ਜੀਵਨ ਹੈਗਾ ਜੀ ਸੰਭਵ ਹੈ। ਕਿਉਂ ਸੰਭਵ ਹੈ? ਕਿਉਂਕਿ ਆਪਾਂ ਨੂੰ ਅੰਦਰ ਲੈਣ ਲਈ ਹਨਾ ਵੀ ਜਿਵੇਂ ਕਿ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਸਾਹ ਲੈਣ ਲਈ, ਤੇ ਆਕਸੀਜਨ ਦੀ ਮਾਤਰਾ ਵੀ ਸਾਨੂੰ ਮਿਲ ਜਾਂਦੀ ਹੈ ਚੰਗੀ ਤਰ੍ਹਾਂ। ਪਾਣੀ ਦੀ ਮਾਤਰਾ ਵੀ ਆਪਾਂ ਨੂੰ ਚੰਗੀ ਤਰ੍ਹਾਂ ਮਿਲ ਜਾਂਦੀ ਹੈ ਜੀ ਆਪਣੇ एनवायरमेंट ਦੇ ਵਿੱਚ, ਧਰਤੀ ਦੇ ਉੱਤੇ ਹਨਾ। ਤੇ ਆਪਾਂ ਜਿਵੇਂ ਕਿ ਫਸਲਾਂ ਵਗੈਰਾ ਗਰੋ ਕਰ ਲੈਂਦੇ ਆ, ਕਿਉਂਕਿ ਇਹੋ ਜਿਹਾ ਕੁਝ एनवायरमेंट ਸਾਡੇ ਲਈ ਬਣਿਆ ਹੋਇਆ, ਫਿਰ ਹੀ ਆਪਾਂ ਇਹਨਾਂ ਤੇ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ। ਜੇਕਰ ਮੰਨ ਲਓ ਵੀ ਕੱਲ ਨੂੰ ਆਪਣਾ ਇਹੋ ਜਿਹਾ एनवायरमेंट ਬਣ ਜਾਵੇ ਜਿਹਦੇ ਵਿੱਚ ਆਪਾਂ ਫਸਲਾਂ ਨੂੰ ਨਹੀਂ ਗਰੋ ਕਰ ਸਕਦੇ, ਤੇ ਕੀ ਆਪਣੇ ਲਈ ਜਿਹੜਾ ਲਾਈਫ ਹੈ ਕਿ ਉਹ ਪੋਸੀਬਲ ਹੋ ਸਕਦੀ ਹੈ? ਬਿਲਕੁਲ ਨਹੀਂ ਪੋਸੀਬਲ ਨਹੀਂ ਹੋਵੇਗੀ ਜੀ। ਸੋ ਜੇਕਰ ਆਪਾਂ ਧਰਤੀ ਦੀ ਗੱਲ ਕਰੀਏ ਤੇ ਧਰਤੀ ਤੇ ਜੀਉਣ ਲਈ, ਰਹਿਣ ਲਈ ਆਪਾਂ ਨੂੰ ਮੇਨਲੀ 3-4 ਚੀਜ਼ਾਂ ਦੀ ਲੋੜ ਪੈਂਦੀ ਹੈ, ਜਿਵੇਂ ਕਿ ਲੈਂਡ ਹੋ ਗਿਆ ਜੀ, ਵਾਟਰ ਹੋ ਗਿਆ ਤੇ 에ਅਰ ਹੋ ਗਿਆ। ਠੀਕ ਹੈ ਜੀ, ਲੈਂਡ ਜਿਹਨੂੰ ਤੁਸੀਂ ਧਰਤੀ ਕਹਿ ਦਿੰਦੇ ਹੋ, ਵਾਟਰ ਹੋ ਗਿਆ ਜੀ ਜਲ, ਤੇ 에ਅਰ ਹਨਾ। ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੀ ਹੈ ਜੇਕਰ ਆਪਾਂ ਫਸਲਾਂ ਵਗੈਰਾ ਗਰੋ ਕਰ ਰਹੇ ਹਾਂ ਹਨਾ। ਆਪਾਂ ਨੂੰ ਪੀਣ ਲਈ ਪਾਣੀ ਚਾਹੀਦਾ। ਆਪਾਂ ਜੋ ਕੁਝ ਫਸਲ ਉਗਾਉਂਦੇ ਆ ਕਿੱਥੇ ਉਗਾਉਂਦੇ ਆ? ਲੈਂਡ ਤੇ ਉਗਾਉਂਦੇ ਆ ਜੀ। ਉਹਦੇ ਲਈ ਸਨਲਾਈਟ ਦੀ ਵੀ ਲੋੜ ਪੈਂਦੀ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਜੇਕਰ ਇਹ ਨਾ ਹੋਣ ਤੇ ਆਪਣੀ ਧਰਤੀ ਤੇ ਜਿਹੜਾ ਜੀਵਨ ਹੈ ਜੀ ਉਹ ਸੰਭਵ ਨਹੀਂ ਹੋਣਾ। ਸੋ ਇਹਦੇ ਵਿੱਚ ਮੇਨਲੀ ਆਪਾਂ ਕੀ ਕਰਾਂਗੇ? ਇਹਦੇ ਵਿੱਚ ਮੇਨਲੀ ਨਾ ਜਿਹੜੀਆਂ ਧਰਤੀ ਦੇ ਜਿਹੜੇ ਪਰਿਮੰਡਲ ਹੁੰਦੇ ਨੇ, ਜਿਵੇਂ ਕਿ ਲਿਥੋਸਫੇਅਰ ਹੋ ਗਿਆ, ਹਾਈਡਰੋਸਫੇਅਰ ਹੋ ਗਿਆ, ਐਟਮੋਸਫੇਅਰ ਹੋ ਗਿਆ, ਇਹਨਾਂ ਤਿੰਨਾਂ ਦਾ ਯੋਗਦਾਨ ਕੀ ਹੈ, ਕੀ ਸਿਗਨੀਫੀਕੈਂਸ ਹੈਗੀ ਆ ਆਪਣੀ ਅੱਜ ਦੀ ਲਾਈਫ ਦੇ ਵਿੱਚ, ਇਹਨੂੰ ਵੀ ਆਪਾਂ ਬੜੇ ਹੀ ਡਿਟੇਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਦੋਸਤੋ, ਸਾਰਿਆਂ ਨਾਲੋਂ ਪਹਿਲਾਂ ਆਪਾਂ ਸਮਝਾਂਗੇ ਕਿ ਲਿਥੋਸਫੇਅਰ, ਇਹ ਲਿਥੋਸਫੇਅਰ ਕੀ ਚੀਜ਼ ਹੈਗੀ ਆ, ਜਿਹਨੂੰ ਤੁਸੀਂ ਪੰਜਾਬੀ ਵਿੱਚ ਥਲ ਮੰਡਲ ਵੀ ਕਹਿੰਦੇ ਹੋ। ਤੇ ਜਿਵੇਂ ਕਿ ਆਪਾਂ ਗੱਲ ਕਰੀਏ, ਜਦੋਂ ਤੁਸੀਂ ਧਰਤੀ ਤੋਂ ਤੁਰ ਰਹੇ ਹੁੰਦੇ ਹੋ, ਉੱਥੇ ਤੁਸੀਂ ਮਿੱਟੀ ਵੇਖੀ ਹੈ ਨਾ, ਜਾਂ ਤੁਸੀਂ ਕਦੇ ਪਰਬਤ ਵੀ ਵੇਖੇ ਹੋਣਗੇ ਤੁਸੀਂ, ਜਾਂ ਫਿਰ ਪਠਾਰ ਵੀ ਵੇਖੇ ਹੋਣਗੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਜਾਂ ਫਿਰ ਤੁਸੀਂ ਛੋਟੀਆਂ ਚੱਟਾਨਾਂ ਵੇਖੀਆਂ ਹੋਣਗੀਆਂ, ਪੱਥਰ ਵੇਖੇ ਹੋਣਗੇ, ਇਹ ਸਾਰੇ ਕਿਹਦਾ ਪਾਰਟ ਨੇ? ਇਹ ਸਾਰੇ ਲਿਥੋਸਫੇਅਰ ਦਾ ਪਾਰਟ ਨੇ। ਲਿਥੋਸਫੇਅਰ ਜਿਹੜਾ ਵਰਡ ਹੈ ਜੀ, ਇਹ ਲਿਥੋ ਤੋਂ ਬਣਿਆ ਹੋਇਆ। ਲਿਥੋ ਦਾ ਕੀ ਮਤਲਬ ਹੁੰਦਾ ਜੀ? ਲਿਥੋ ਦਾ ਮਤਲਬ ਹੁੰਦਾ ਪੱਥਰ। ਕੀ ਹੁੰਦਾ ਜੀ? ਲਿਥੋ ਦਾ ਮਤਲਬ ਹੁੰਦਾ ਪੱਥਰ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਸਟੋਨ ਕਹਿੰਦੇ ਹੋ। ਤੇ ਜੇਕਰ ਆਪਾਂ ਲਿਥੋਸਫੇਅਰ ਦੀ ਗੱਲ ਕਰੀਏ, ਇਹਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਇਹਦੇ ਵਿੱਚ ਜਿਹੜੀਆਂ ਲੈਂਡ ਮਾਸਸ ਹੁੰਦੇ ਨੇ, ਜਿਹੜੇ ਕਿ ਆਪਣੇ ਧਰਤੀ ਦੇ ਜਿਵੇਂ ਕਿ ਟੁਕੜੇ ਹੋ ਸਕਦੇ ਨੇ, ਵੱਡੇ ਹੋ ਸਕਦੇ ਨੇ, ਛੋਟੇ ਹੋ ਸਕਦੇ ਨੇ, ਕੁਝ ਜਿਵੇਂ ਕਿ ਉੱਠੇ ਹੋਏ ਮੈਦਾਨ ਵੀ ਹੋ ਸਕਦੇ ਨੇ ਜੀ, ਜਿਵੇਂ ਕਿ ਕੁਝ ਪਠਾਰ ਹੋ ਸਕਦੇ ਨੇ, ਕੁਝ ਪਰਬਤ ਹੋ ਸਕਦੇ ਨੇ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ, ਇਹ ਤੁਹਾਨੂੰ ਲਿਥੋਸਫੇਅਰ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ। ਲਿਥੋਸਫੇਅਰ ਦੇ ਉੱਤੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਜੀ। ਤੇ ਆਪਾਂ ਨੂੰ ਜਦੋਂ ਆਪਾਂ ਮਿਲਣਾ ਹੁੰਦਾ, ਮੰਨ ਲਓ ਕਿ ਵਿਸ਼ਵ ਦੀ ਜਿਹੜੀ ਸਾਰਿਆਂ ਨਾਲੋਂ ਉੱਚੀ ਚੋਟੀ ਉਹ ਕੀ ਹੈ ਜੀ? ਉਹ ਹੈ ਜੀ ਮਾਊਂਟ ਐਵਰੈਸਟ, ਜਿਹੜੀ ਕਿ ਤੁਹਾਨੂੰ ਨੇਪਾਲ ਵਿੱਚ ਵੇਖਣ ਨੂੰ ਮਿਲਦੀ ਹੈ। ਜੇਕਰ ਆਪਾਂ ਮਾਊਂਟ ਐਵਰੈਸਟ ਦੀ ਉਚਾਈ ਵੇਖੀਏ, ਉਹ ਕਿੰਨੀ ਹੈ ਜੀ? 8848 ਮੀਟਰ। ਵੈਸੇ ਤਾਂ ਦੋਸਤੋ ਇਹ ਜਿਉਂਦੇ ਪਰਬਤ ਹੈਗੇ ਆ। ਜਿਹੜਾ ਮਾਊਂਟ ਐਵਰੈਸਟ ਹੈ ਨਾ, ਇਹ ਅਲਾਈਵ ਪਰਬਤ ਹੈ, ਜਿਉਂਦਾ ਪਰਬਤ ਹੈ। ਤੇ ਇਹਦੀ ਜਿਹੜੀ ਉਚਾਈ ਹੈ ਜੀ, ਜੇ ਆਪਾਂ ਅੱਜ ਦੀ ਡੇਟ ਦੀ ਗੱਲ ਕਰੀਏ ਤੇ ਇਹਦੀ ਉਚਾਈ ਹੋਊਗੀ 88 ਲਗਭਗ 50 ਮੀਟਰ ਜਾਂ ਫਿਰ 8849 ਮੀਟਰ ਆਪਾਂ ਇਹਨੂੰ ਮੰਨ ਸਕਦੇ ਹਾਂ, ਕਿਉਂਕਿ ਇਹਨਾਂ ਦੀ ਜਿਹੜੀ ਹਾਈਟ ਹੈ ਜੀ ਉਹ ਵੱਧਦੀ ਰਹਿੰਦੀ ਹੈ। ਐਂਡ ਆਪਾਂ ਜਿਹੜੀ ਇਹਦੀ ਮੈਜ਼ਰਮੈਂਟ ਕੀਤੀ ਹੈ ਨਾ, ਜਿਵੇਂ ਕਿ 88,848 ਮੀਟਰ ਦੀ ਜਿਹੜੀ ਆਪਾਂ ਮਿਣਤੀ ਕੀਤੀ, ਆਪਾਂ ਮਾਪਿਆ ਇਹਨੂੰ। ਕਿਵੇਂ ਮਾਪਿਆ? ਆਪਾਂ ਇਹਨੂੰ ਨਾ ਜਿਹੜਾ
ਵਾਟਰ ਦਾ ਜਿਹੜਾ ਲੈਵਲ ਹੁੰਦਾ, ਜਿਹਨੂੰ ਤੁਸੀਂ ਸੀ ਲੈਵਲ ਕਹਿ ਸਕਦੇ ਹੋ, ਆਪਾਂ ਇਹਨੂੰ ਸੀ ਲੈਵਲ ਤੋਂ, ਜਿਵੇਂ ਕਿ ਸਮੁੰਦਰ ਤਲ ਤੋਂ ਉਚਾਈ ਦੇ ਥਰੂ ਹੀ ਆਪਾਂ ਇਹਨੂੰ ਕੀ ਕਰਦੇ ਹਾਂ ਜੀ, ਆਪਾਂ ਇਹਨੂੰ ਮਾਪਦੇ ਹੈਗੇ ਆ। ਠੀਕ ਹੈ ਜੀ, ਸੋ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ। ਤੇ ਜੇਕਰ ਆਪਾਂ ਹੋਰ ਗੱਲ ਕਰੀਏ, ਇੱਕ ਮੈਰੀਆਨਾ ਟ੍ਰੈਂਚ, ਟ੍ਰੈਂਚ ਪਤਾ ਕੀ ਹੁੰਦੀ ਹੈ ਜੀ, ਖਾਈ। ਵਿਸ਼ਵ ਦੀ ਸਾਰਿਆਂ ਨਾਲੋਂ ਜਿਹੜੀ ਡੂੰਘੀ ਜਿਹੜੀ ਖਾਈ ਹੈਗੀ ਆ ਉਹ ਕਿੰਨੀ ਹੈ ਜੀ, ਉਹਦੀ ਜਿਹੜੀ ਲੰਬਾਈ ਆ ਉਹ ਹੈਗੀ ਹੈ ਜੀ 10,911 ਮੀਟਰ। ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ, ਇਹ ਫੈਕਚੁਅਲ ਕੁਐਸਚਨ ਵੀ ਕਈ ਵਾਰ ਪੁੱਛ ਲਏ ਜਾਂਦੇ ਆ। ਮੈਰੀਆਨਾ ਟ੍ਰੈਂਚ ਕੀ ਹੈ, ਹੁਣ ਆਪਾਂ ਇਹ ਤਾਂ ਗੱਲ ਕਰ ਲਈਏ ਕਿ 8,848 ਮੀਟਰ ਉਚਾਈ ਹੈ ਕਿਹਦੀ, ਮਾਊਂਟ ਐਵਰੈਸਟ ਦੀ, ਜਿਹੜਾ ਕਿ ਸਾਰਿਆਂ ਨਾਲੋਂ ਉੱਚਾ ਪਰਬਤ ਹੈ ਜੀ, ਵਿਸ਼ਵ ਦਾ ਸਾਰਿਆਂ ਨਾਲੋਂ ਜਿਹੜਾ ਉੱਚਾ ਪਰਬਤ ਹੈ, ਹਾਈਐਸਟ ਜਿਹੜਾ ਕਹਿ ਲਓ ਕਿ ਜਿਹੜਾ ਮਾਊਂਟੇਨ ਹੈ ਉਹਦਾ ਨਾਮ ਕੀ ਹੈ, ਮਾਊਂਟ ਐਵਰੈਸਟ, ਐਂਡ ਉਹਦੀ ਉਚਾਈ ਹੈਗੀ ਆ 8,848 ਮੀਟਰ। ਤੇ ਜੇਕਰ ਆਪਾਂ ਖਾਈ ਦੀ ਗੱਲ ਕਰੀਏ, ਇਹ ਤਾਂ ਆਪਾਂ ਉਚਾਈ ਦੀ ਗੱਲ ਕੀਤੀ ਸੀ ਨਾ, ਜੇ ਆਪਾਂ ਡੂੰਘਾਈ ਦੀ ਗੱਲ ਕਰੀਏ ਤੇ ਇਹ ਜਿਹੜਾ ਇਹਦਾ ਕੀ ਨਾਮ ਹੈ, ਇਹਦਾ ਨਾਮ ਹੈ ਮੈਰੀਨਾ ਟ੍ਰੈਂਚ, ਮੈਰੀਨਾ ਟ੍ਰੈਂਚ ਨਾਮ ਹੈ ਜੀ। ਤੇ ਇਹਦੀ ਜਿਹੜੀ ਡੂੰਘਾਈ ਆ ਉਹ ਕਿੰਨੀ ਹੈ ਜੀ, 10,911 ਮੀਟਰ ਫਰੋਮ ਦ ਸੀ ਲੈਵਲ। ਠੀਕ ਹੈ ਜੀ, ਸੋ ਇਹਨੂੰ ਤੁਸੀਂ ਯਾਦ ਕਰ ਲਿਓ। ਹੁਣ ਜੇਕਰ ਆਪਾਂ ਲੈਂਡ ਫਾਰਮਸ ਦੀ ਗੱਲ ਕਰੀਏ, ਇਹ ਤਾਂ ਆਪਾਂ ਲਿਥੋਸਫੀਅਰ ਦੀ ਇਹ ਗੱਲ ਕੀਤੀ ਨਾ ਕਿ ਇਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਜਿਵੇਂ ਕਿ ਲੈਂਡ ਮਾਸਿਸ ਹੋ ਗਏ, ਛੋਟੇ ਵੱਡੇ ਹੋ ਸਕਦੇ ਆ, ਕੁਝ ਘਾਟੀਆਂ ਵੀ ਆ ਸਕਦੀਆਂ ਨੇ ਜੀ, ਮੈਦਾਨ ਆ ਸਕਦੇ ਨੇ, ਪਠਾਰ ਆ ਸਕਦੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜੀ ਲੈਂਡ ਫਾਰਮਸ ਨੇ, ਮਤਲਬ ਕਿ ਜਿਹੜੀ ਧਰਤੀ ਹੈਗੀ ਹੈ, ਜਿਹੜਾ ਕਿ ਪੱਥਰ ਵਾਲਾ ਏਰੀਆ ਜਾਂ ਫਿਰ ਮਿੱਟੀ ਵਾਲਾ ਜਿਹੜਾ ਏਰੀਆ ਹੈ, ਇਹ ਕਿਹੜੀ ਕਿਹੜੀ ਸ਼ੇਪ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਸੋ ਇਹਦੀਆਂ ਕਾਫੀਆਂ ਸਾਰੀਆਂ ਜਿਹੜੀਆਂ ਸ਼ੇਪਸ ਨੇ ਜੀ, ਜਿਹਨੂੰ ਤੁਸੀਂ ਭੂ ਰੂਪ ਕਹਿੰਦੇ ਹੋ। ਰੂਪ ਤੋਂ ਕੀ ਭਾਵ ਹੈ, ਫਾਰਮਸ। ਠੀਕ ਹੈ ਜੀ, ਲੈਂਡ ਫਾਰਮਸ। ਇੱਥੇ ਤੁਹਾਨੂੰ ਜਿਹੜੇ ਲਿਥੋਸਫੀਅਰ ਤੇ ਜਿਹੜੇ ਲੈਂਡ ਫਾਰਮਸ ਵੇਖਣ ਨੂੰ ਮਿਲਦੇ ਨੇ ਜੀ, ਆਪਾਂ ਉਹਨਾਂ ਦੀ ਗੱਲ ਕਰਾਂਗੇ। ਤੇ ਇਹ ਤਿੰਨ ਤਰ੍ਹਾਂ ਦੇ ਵੇਖਣ ਨੂੰ ਮਿਲਦੇ ਨੇ। ਇੱਕ ਕੀ ਹੈ ਜੀ, ਇੱਕ ਤਾਂ ਸਾਰਿਆਂ ਨਾਲੋਂ ਜਿਹੜਾ ਪਹਿਲਾ ਹੈ ਉਹ ਹੈ ਮਾਊਂਟੇਨਸ, ਦੂਸਰੇ ਨੰਬਰ ਤੇ ਆ ਗਿਆ ਜੀ ਪਲੇਟਿਊਜ਼, ਉਸ ਤੋਂ ਬਾਅਦ ਆ ਗਿਆ ਜੀ ਪਲੇਨਸ। ਠੀਕ ਹੈ ਜੀ, ਮਾਊਂਟੇਨਸ ਤੁਸੀਂ ਕਿਹਨੂੰ ਕਹਿੰਦੇ ਹੋ, ਮਾਊਂਟੇਨਸ ਤੁਸੀਂ ਪਹਾੜ ਜਾਂ ਫਿਰ ਪਰਬਤ ਨੂੰ ਕਹਿ ਸਕਦੇ ਹੋ। ਪਲੇਟਿਊਜ਼ ਕੀ ਹੁੰਦੇ ਨੇ ਜੀ, ਇਹਨੂੰ ਤੁਸੀਂ ਪਠਾਰ ਕਹਿੰਦੇ ਹੋ। ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਮਾਊਂਟੇਨਸ ਤੇ ਪਲੇਟਿਊ ਵਿੱਚ ਡਿਫਰੈਂਸ ਕੀ ਹੈ, ਤੁਹਾਨੂੰ ਕਿਵੇਂ ਪਤਾ ਲੱਗੂਗਾ ਕਿ ਕਿਹੜਾ ਮਾਊਂਟੇਨ ਹੈ ਕਿਹੜਾ ਪਲੇਟਿਊ ਹੈ। ਜੇਕਰ ਆਪਾਂ ਪਲੇਨਸ ਦੀ ਗੱਲ ਕਰੀਏ, ਇਹ ਤਾਂ ਮੈਦਾਨ ਹੁੰਦੇ ਨੇ, ਜਿਵੇਂ ਜਿੱਥੇ ਆਪਾਂ ਖੇਤੀਬਾੜੀ ਕਰਦੇ ਆ ਉਹਨੂੰ ਆਪਾਂ ਮੈਦਾਨ ਕਹਿੰਦੇ ਆ, ਪਲੇਨਸ ਕਹਿੰਦੇ ਆ। ਠੀਕ ਆ ਜੀ, ਤੇ ਆਪਾਂ ਹੁਣ ਗੱਲ ਕਰਦੇ ਆ ਮਾਊਂਟੇਨਸ ਦੀ। ਮਾਊਂਟੇਨਸ ਕੀ ਹੁੰਦੇ ਨੇ ਜੀ, ਜੇਕਰ ਆਪਾਂ ਮਾਊਂਟੇਨਸ ਦੀ ਸ਼ੇਪ ਦੀ ਗੱਲ ਕਰੀਏ ਤੇ ਇਹਨਾਂ ਦੀ ਜਿਹੜੀ ਸ਼ੇਪ ਹੁੰਦੀ ਆ ਇਹ ਕਿਵੇਂ ਹੁੰਦੀ ਆ ਜੀ, ਥੱਲੇ ਹੁੰਦੇ ਆ ਜੀ ਮੋਟੇ ਇਹ, ਤੇ ਉੱਤੇ ਜਾ ਕੇ ਨਾ ਇਹ ਕੁਝ ਇਸ ਤਰ੍ਹਾਂ ਦੀ ਇਹਨਾਂ ਦੀ ਸ਼ੇਪ ਹੁੰਦੀ ਆ। ਠੀਕ ਆ ਜੀ, ਕੁਝ ਇਸ ਤਰ੍ਹਾਂ ਦੇ ਮਾਊਂਟੇਨਸ ਹੁੰਦੇ ਨੇ। ਤੇ ਜਿਹੜੇ ਪਠਾਰ ਹੁੰਦੇ ਆ ਨਾ, ਪਠਾਰ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ। ਇੱਥੋਂ ਆ ਜਿਹੜਾ ਟੇਬਲ ਹੈ ਜੀ, ਇਹ ਇਹਨਾਂ ਦੇ ਵਾਂਗ, ਇਹ ਪਰਬਤ ਵਾਂਗ ਕੀ ਹੁੰਦਾ, ਇਹ ਪਰਬਤ ਵਾਂਗ ਤਿੱਖਾ ਨਹੀਂ ਹੁੰਦਾ, ਇਹ ਉਤੋਂ ਫਲੈਟ ਹੁੰਦੇ ਹੈਗੇ ਆ ਜੀ। ਠੀਕ ਹੈ ਜੀ, ਇਹ ਉਤੋਂ ਕੀ ਹੁੰਦੇ ਨੇ ਜੀ, ਇਹ ਫਲੈਟ ਹੁੰਦੇ ਨੇ। ਐਂਡ ਇਹਨੂੰ ਤੁਸੀਂ ਕੀ ਕਹਿੰਦੇ ਹੋ, ਇਹਨੂੰ ਤੁਸੀਂ ਪਠਾਰ ਕਹਿੰਦੇ ਹੋ ਜਾਂ ਫਿਰ ਪਲੇਟਿਊ ਕਹਿੰਦੇ ਹੋ। ਤੇ ਦੂਜਾ ਜਿਹੜਾ ਹੈ ਕੀ ਹੈ ਜੀ, ਇਹਨੂੰ ਤੁਸੀਂ ਪਰਬਤ ਜਾਂ ਫਿਰ ਪਹਾੜ ਕਹਿੰਦੇ ਹੋ। ਠੀਕ ਹੈ ਜੀ, ਪਰਬਤ ਆਪਾਂ ਕਹਿ ਸਕਦੇ ਹਾਂ ਇਹਨੂੰ। ਤੇ ਪਰਬਤ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਇਹ ਉੱਤੋਂ ਕੀ ਹੁੰਦੇ ਨੇ ਜੀ, ਉੱਤੋਂ ਪਤਲੇ ਹੁੰਦੇ ਨੇ ਤੇ ਥੱਲਿਓਂ ਮੋਟੇ ਹੁੰਦੇ ਹੈਗੇ ਆ, ਜੇਕਰ ਆਪਾਂ ਮਾਊਂਟੇਨਸ ਦੀ ਗੱਲ ਕਰੀਏ। ਐਂਡ ਦੋਸਤੋ ਕਈ ਵਾਰ ਇਹ ਜਿਹੜੇ ਮਾਊਂਟੇਨਸ ਹੈਗੇ ਆ ਨਾ ਜੀ, ਇਹ ਤੁਹਾਨੂੰ ਕੁਝ ਰੇਂਜਸ ਦੇ ਵਿੱਚ ਵੇਖਣ ਨੂੰ ਮਿਲਦੇ ਆ। ਠੀਕ ਹੈ ਜੀ, ਇਹ ਕਾਫੀ ਸਾਰੀਆਂ ਰੇਂਜਸ ਹੁੰਦੀਆਂ ਨੇ ਜੀ, ਉਹਦੇ ਵਿੱਚ ਤੁਹਾਨੂੰ ਇਹ ਵੇਖਣ ਨੂੰ ਮਿਲਦੇ ਆ, ਜਿਹਦੀ ਆਪਾਂ ਗੱਲ ਕਰਾਂਗੇ। ਜਿਵੇਂ ਕਿ ਰੌਕੀਜ਼ ਮਾਊਂਟੇਨ ਹੈ, ਇਹ ਜਿਹੜਾ ਰੌਕੀਜ਼ ਮਾਊਂਟੇਨ ਹੈ ਨਾ, ਇਹ ਤੁਹਾਨੂੰ ਵੇਖਣ ਨੂੰ ਮਿਲਦਾ ਕਿੱਥੇ ਵੇਖਣ ਨੂੰ ਮਿਲਦਾ ਜੀ, ਨਾਰਥ ਅਮਰੀਕਾ ਵਿੱਚ। ਨਾਰਥ ਅਮਰੀਕਾ ਤੋਂ ਭਾਵ ਇਹ ਹੈ ਕਿ ਉੱਤਰੀ ਅਮਰੀਕਾ ਦੇ ਵਿੱਚ ਤੁਹਾਨੂੰ ਜਿਹੜੇ ਰੌਕੀਜ਼ ਜਿਹੜੇ ਪਰਬਤ ਲੜੀਆਂ ਨੇ, ਇਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਤੇ ਜਿਵੇਂ ਕਿ ਐਂਡੀਜ਼ ਨਾਮ ਦੀ ਇੱਕ ਹੋਰ ਪਰਬਤ ਲੜੀ ਹੈਗੀ ਹੈ ਜੀ, ਜਿਹੜੀ ਕਿ ਤੁਹਾਨੂੰ ਸਾਊਥ ਅਮਰੀਕਾ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਐਂਡ ਹਿਮਾਲਿਆਸ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਊਗਾ, ਹਿਮਾਲਿਆ ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ। ਹਿਮਾਲਿਆ ਜਿਹੜੀ ਹੈਗੀ ਹੈ ਜੀ, ਹਿਮਾਲਿਆਸ ਤੁਹਾਨੂੰ ਏਸ਼ੀਆ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਏਸ਼ੀਆ ਭਾਵ ਆਪਾਂ ਕਿਹੜੇ ਕੰਟੀਨੈਂਟ ਤੇ ਰਹਿ ਰਹੇ ਹਾਂ, ਕੰਟੀਨੈਂਟ ਆਪਾਂ ਕਹਿੰਦੇ ਆ ਮਹਾਦਵੀਪ ਨੂੰ। ਮਹਾਦਵੀਪ ਬਾਰੇ ਵੀ ਆਪਾਂ ਗੱਲ ਕਰਾਂਗੇ ਜੀ, ਮਹਾਸਾਗਰਾਂ ਬਾਰੇ ਵੀ ਗੱਲ ਕਰਾਂਗੇ। ਤੇ ਇੱਕ ਐਟਲਸ ਹੈ ਜੀ, ਐਟਲਸ ਜਿਹੜੇ ਪਰਬਤ ਲੜੀਆਂ ਹੈਗੀਆਂ ਨੇ ਜੀ, ਇਹ ਤੁਹਾਨੂੰ ਅਫਰੀਕਾ ਵਿੱਚ ਮਿਲਦੀਆਂ ਨੇ। ਇਹ ਦੋਸਤੋ ਕੁਝ ਸਟੈਟਿਕ ਕੁਐਸਚਨ ਨੇ ਜਿਹੜੇ ਕਿ ਤੁਹਾਨੂੰ ਯਾਦ ਕਰਨੇ ਹੀ ਪੈਣੇ ਆ। ਰੌਕੀਜ਼ ਜਿਹੜੇ ਪਰਬਤ ਨੇ ਇਹ ਤੁਹਾਨੂੰ ਨਾਰਥ ਅਮਰੀਕਾ ਵਿੱਚ ਮਿਲਦੇ ਨੇ। ਐਂਡੀਜ਼ ਜਿਹੜੀਆਂ ਪਰਬਤ ਲੜੀਆਂ ਨੇ ਜੀ, ਇਹ ਤੁਹਾਨੂੰ ਸਾਊਥ ਅਮਰੀਕਾ ਵਿੱਚ ਵੇਖਣ ਨੂੰ ਮਿਲਦੀਆਂ ਨੇ। ਹਿਮਾਲਿਆਸ ਤੁਹਾਨੂੰ ਏਸ਼ੀਆ ਦੇ ਵਿੱਚ, ਐਟਲਸ ਤੁਹਾਨੂੰ ਅਫਰੀਕਾ ਵਿੱਚ, ਤੇ ਐਲਪਸ ਤੁਹਾਨੂੰ ਯੂਰਪ ਦੇ ਵਿੱਚ। ਇਹਨਾਂ ਦੀ ਮੈਂ ਰਿਵੀਜ਼ਨ ਵੀ ਤੁਹਾਨੂੰ ਕਰਵਾ ਦੂੰਗਾ। ਗ੍ਰੇਟ ਡਿਵਾਈਡਿੰਗ ਜਿਹੜੀ ਰੇਂਜ ਹੈਗੀ ਹੈ, ਇਹ ਨਾਮ ਹੈ ਗ੍ਰੇਟ ਡਿਵਾਈਡਿੰਗ ਰੇਂਜ, ਇਹ ਤੁਹਾਨੂੰ ਮਿਲਦੀ ਹੈ ਜੀ ਆਸਟ੍ਰੇਲੀਆ ਵਿੱਚ। ਠੀਕ ਹੈ ਜੀ, ਤੇ ਮੇਜਰ ਜਿਹੜੇ ਇਹ ਮਾਊਂਟੇਨਸ ਹੈਗੇ ਆ ਜੀ ਪੂਰੇ ਵਿਸ਼ਵ ਭਰ ਦੇ, ਵੀ ਇਹ ਸਾਰਿਆਂ ਨਾਲੋਂ ਇੰਪੋਰਟੈਂਟ ਨੇ ਜੀ। ਇਹਨਾਂ ਵਿੱਚੋਂ ਵੀ ਕਈ ਵਾਰ ਕੁਐਸਚਨ ਪੁੱਛ ਲਏ ਜਾਂਦੇ ਆ, ਜਿਵੇਂ ਕਿ ਕੁਝ ਇਸ ਤਰ੍ਹਾਂ ਦੇ ਮਾਊਂਟੇਨਸ ਹੁੰਦੇ ਨੇ, ਤੁਹਾਡੇ ਸਾਹਮਣੇ ਇੱਕ ਡਾਇਗਰਾਮ ਵੀ ਵਿਖ ਰਹੀ ਹੋਣੀ ਆ। ਇਹ ਤੁਹਾਨੂੰ ਪਤਾ ਲੱਗ ਗਿਆ ਜੀ ਮਾਊਂਟੇਨਸ ਬਾਰੇ। ਹੁਣ ਆਪਾਂ ਗੱਲ ਕਰਦੇ ਹਾਂ ਪਠਾਰਾਂ ਬਾਰੇ। ਜਿਹੜੇ ਪਠਾਰ ਹੁੰਦੇ ਨੇ, ਪਠਾਰਾਂ ਦੀ ਮੈਂ ਤੁਹਾਨੂੰ ਹੁਣੇ ਸ਼ੇਪ ਦੱਸੀ ਸੀ ਨਾ। ਮਾਊਂਟੇਨਸ ਦੇ ਇਹ ਹੋ ਗਏ ਤਿੱਖੇ। ਜਦੋਂ ਮੰਨ ਲਓ ਕਿ ਆ ਜਿਹੜਾ ਮਾਊਂਟੇਨ ਸੀ, ਇਧਰੋਂ ਜਦੋਂ ਇਹ ਫਲੈਟ ਹੋਵੇ, ਇਧਰੋਂ ਫਲੈਟ ਹੋਵੇ ਕੁਝ ਇਸ ਤਰ੍ਹਾਂ ਦਾ, ਤੇ ਇਹਨੂੰ ਆਪਾਂ ਕੀ ਕਵਾਂਗੇ ਜੀ, ਇਹਨੂੰ ਤੁਸੀਂ ਕਹੋਗੇ, ਇਹਨੂੰ ਤੁਸੀਂ ਪਠਾਰ ਕਹਿ ਸਕਦੇ ਹੋ। ਫਿਰ ਇਹਨੂੰ ਤੁਸੀਂ ਪਠਾਰ ਕਹੋਗੇ। ਤੇ ਜਿਹੜੇ ਪਠਾਰ ਹੁੰਦੇ ਨੇ, ਇਹ ਤੁਹਾਨੂੰ ਕੁਝ ਨਾਮ ਵੀ ਹੋਣਗੇ ਇਹਨਾਂ ਦੇ, ਜਿਵੇਂ ਕਿ ਇੱਕ ਹੋ ਗਿਆ ਜੀ ਦੱਖਣੀ ਪਠਾਰ।
ਦੱਖਣੀ ਜਿਹੜਾ ਪਠਾਰ ਹੈ ਜੀ ਇਹ ਤੁਹਾਨੂੰ ਭਾਰਤ ਵਿੱਚ ਵੇਖਣ ਨੂੰ ਮਿਲਦਾ ਹੈ, ਜਿਹਨੂੰ ਡੈਕਨ ਪਲੇਟਿਊ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਆ। ਇੱਕ ਐਪਲੇਸ਼ੀਅਨ ਪਠਾਰ ਹੈ ਜੀ, ਐਪਲੇਸ਼ੀਅਨ ਪਠਾਰ ਤੁਹਾਨੂੰ ਨਾਰਥ ਅਮਰੀਕਾ ਦੇ ਵਿੱਚ ਵੇਖਣ ਨੂੰ ਮਿਲਦਾ ਹੈ, ਤੇ ਪਲੇਟਿਊ ਆਫ ਸੈਂਟਰਲ ਅਫਰੀਕਾ ਇਹ ਤੁਹਾਨੂੰ ਅਫਰੀਕਾ ਵਿੱਚ ਵੇਖਣ ਨੂੰ ਮਿਲੂਗਾ। ਤੇ ਇੱਕ ਹੈਗਾ ਜੀ ਤਿੱਬਤ ਦਾ ਪਠਾਰ, ਤਿੱਬਤ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਊਗਾ ਜੀ। ਸੋ ਇਹ ਕੁਝ ਇੰਪੋਰਟੈਂਟ ਪਠਾਰ ਹੈਗੇ ਸੀ। ਜੇਕਰ ਆਪਾਂ ਮੈਦਾਨਾਂ ਦੀ ਗੱਲ ਕਰੀਏ, ਵੈਸੇ ਦੋਸਤੋ ਮੈਦਾਨਾਂ ਦੀ ਕੀ ਸਿਗਨੀਫੀਕੈਂਸ ਹੈਗੀ ਆ ਤੇ ਪਠਾਰਾਂ ਦੀ ਕੀ ਸਿਗਨੀਫੀਕੈਂਸ ਆ। ਪਠਾਰਾਂ ਦੇ ਵਿੱਚ ਆਪਾਂ ਨੂੰ ਨਾ ਕਾਫੀ ਸਾਰੇ ਖਣਿਜ ਪਦਾਰਥ ਵਗੈਰਾ ਵੀ ਮਿਲ ਜਾਂਦੇ ਆ, ਠੀਕ ਹੈ ਜੀ। ਸੋ ਪਠਾਰਾਂ ਦੀ ਜਿਹੜੀ ਸਿਗਨੀਫੀਕੈਂਸ ਹੈਗੀ ਆ, ਆਪਾਂ ਨੂੰ ਕਾਫੀ ਸਾਰੇ ਜਿਹੜੇ ਖਣਿਜ ਪਦਾਰਥ ਹੈਗੇ ਆ, ਕੋਲਾ ਹੋ ਗਿਆ, ਇਹ ਸਾਰੀਆਂ ਚੀਜ਼ਾਂ ਪਠਾਰਾਂ ਦੇ ਵਿੱਚੋਂ ਮਿਲਦੀਆਂ ਨੇ। ਜੇਕਰ ਆਪਾਂ ਮੈਦਾਨਾਂ ਦੀ ਗੱਲ ਕਰੀਏ, ਜੇਕਰ ਮੈਦਾਨ ਨਾ ਹੋਣ ਫਿਰ ਕੀ ਹੋਊਗਾ? ਫਿਰ ਆਪਾਂ ਜਿਹੜੀਆਂ ਫਸਲਾਂ ਹੁੰਦੀਆਂ ਨੇ, ਕਿਉਂਕਿ ਜਿਹੜੇ ਮੈਦਾਨ ਹੁੰਦੇ ਆ ਨਾ, ਜਿਵੇਂ ਕਿ ਕੋਈ ਨਦੀਆਂ ਹੁੰਦੀਆਂ ਨੇ, ਨਦੀਆਂ ਕੀ ਕਰਦੀਆਂ ਨੇ ਜੀ, ਨਦੀਆਂ ਜਦੋਂ ਵੀ ਫਲੋ ਕਰਦੀਆਂ ਨੇ ਆਪਣੇ ਨਾਲ ਬਹੁਤ ਸਾਰਾ ਜਿਹੜਾ ਉਪਜਾਊ ਜਿਹੜੀ ਮਿੱਟੀ ਹੈਗੀ ਆ ਇਹ ਰਾਹ ਦੇ ਵਿੱਚ ਵਿਛਾਉਂਦੀਆਂ ਆਉਂਦੀਆਂ ਨੇ। ਇਹ ਕਾਰਨ ਕਰਕੇ, ਇਹਨਾਂ ਚੀਜ਼ਾਂ ਕਰਕੇ ਇੱਥੇ ਬਹੁਤ ਸਾਰੀ ਜਿਹੜੀ ਉਪਜਾਊ ਧਰਤੀ ਹੈ ਜੀ ਉਹ ਹੋ ਜਾਂਦੀ ਹੈ। ਉਪਜਾਊ ਧਰਤੀ ਤੇ ਆਪਾਂ ਫਿਰ ਫਸਲਾਂ ਉਗਾਉਂਦੇ ਆ ਤੇ ਫਿਰ ਆਪਾਂ ਉਹਨੂੰ ਮਤਲਬ ਉਹਦੀ ਖਪਤ ਕਰਦੇ ਆ, ਕੰਜ਼ਿਊਮ ਕਰਦੇ ਆ। ਸੋ ਇਹ ਸਭ ਕਿਹਦੀ ਦੇਣ ਹੈ ਜੀ? ਇਹ ਸਭ ਪਲੇਨਸ ਕਰਕੇ ਹੁੰਦਾ। ਆਪਣੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ, ਠੀਕ ਹੈ ਜੀ, ਜਾਂ ਫਿਰ ਇਹਦੇ ਨਾਲ ਦੇ ਜਿਹੜੇ 2-3 ਹੋਰ ਰਾਜ ਆ ਜਾਂਦੇ ਆ, ਇੱਥੇ ਤੁਹਾਨੂੰ ਮੈਦਾਨੀ ਖੇਤਰ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੇ ਆ, ਠੀਕ ਹੈ ਜੀ। ਤੇ ਇੱਥੇ ਬਹੁਤ ਜ਼ਿਆਦਾ ਉਪਜਾਊ ਸ਼ਕਤੀ ਹੈਗੀ ਆ, ਇੱਥੇ ਦੀ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਉਪਜਾਊ ਮਿੱਟੀ ਤੁਹਾਨੂੰ ਪਾਈ ਜਾਂਦੀ ਹੈ, ਜਿਹਦੇ ਕਰਕੇ ਇੱਥੇ ਦੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਜੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀਆਂ ਨੇ। ਐਂਡ ਜਿੱਥੇ ਜਿੱਥੇ ਤੁਹਾਨੂੰ ਮੈਦਾਨ ਵੇਖਣ ਨੂੰ ਮਿਲਦੇ ਨੇ ਜੀ, ਉੱਥੇ ਉੱਥੇ ਕੀ ਹੁੰਦਾ ਹੈ ਜੀ, ਉੱਥੇ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਆਬਾਦੀ ਵੀ ਵੇਖਣ ਨੂੰ ਮਿਲਦੀ ਹੈ। ਹੁਣ ਤੁਸੀਂ ਪੁੱਛੋਗੇ ਕਿ ਸਰ ਇਹਦਾ ਕੀ ਰੀਜ਼ਨ ਹੈ? ਇਹ ਬਹੁਤ ਜ਼ਿਆਦਾ ਸਿੰਪਲ ਰੀਜ਼ਨ ਹੈ ਜੀ। ਜਿੱਥੇ ਬਹੁਤ ਜ਼ਿਆਦਾ ਫਸਲਾਂ ਉਗਾਈਆਂ ਜਾਣਗੀਆਂ ਉੱਥੇ ਮਤਲਬ ਕਿ ਉਹਨਾਂ ਨੂੰ ਖਾਣ ਲਈ ਖਾਣਾ ਮਿਲੇਗਾ ਵੱਧ, ਜਿਹਦੇ ਕਰਕੇ ਕੀ ਹੋਊਗਾ ਜੀ, ਵੱਧ ਤੋਂ ਵੱਧ ਜਿਹੜੇ ਲੋਕ ਹੈਗੇ ਨੇ ਜੀ ਉੱਥੇ ਰਹਿਣਾ ਸ਼ੁਰੂ ਕਰਨਗੇ। ਰਹਿਣ ਨਾਲ ਕੀ ਹੋਊਗਾ ਜੀ, ਮਤਲਬ ਫਿਰ ਉੱਥੇ ਆਬਾਦੀ ਹੀ ਵਧਣੀ ਹੈ ਨਾ। ਸੋ ਜਿਹਦੇ ਕਰਕੇ ਤੁਹਾਨੂੰ ਇਹ ਇੱਥੇ ਜ਼ਿਆਦਾ ਆਬਾਦੀ ਵੇਖਣ ਨੂੰ ਮਿਲਦੀ ਹੈ, ਤੇ ਇੱਥੇ ਜਿਹੜੀ ਟਰਾਂਸਪੋਰਟੇਸ਼ਨ ਜਿਹੜੀ ਫੈਸਿਲਿਟੀ ਹੈਗੀ ਉਹ ਵੀ ਵਧੂਗੀ। ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਇੱਥੇ ਵਧਣਗੀਆਂ। ਹਿਊਮਨ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਨੇ, ਮਨੁੱਖਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਜੀ, ਉਹਨਾਂ ਦੀਆਂ ਐਕਟੀਵਿਟੀਜ਼ ਕਾਫੀ ਵਧਣਗੀਆਂ। ਐਂਡ ਜਿੰਨੀਆਂ ਵੀ ਜੇਕਰ ਆਪਾਂ ਕਹਿ ਲਈਏ ਸਿਵਲਾਈਜੇਸ਼ਨ ਸੱਭਿਅਤਾਵਾਂ ਦੀ ਗੱਲ ਕਰੀਏ, ਜਿਵੇਂ ਕਿ ਸਿੰਧੂ ਘਾਟੀ ਸੱਭਿਅਤਾ ਸੀਗੀ ਜਿਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ ਆ, ਮੈਸੋਪੋਟਾਮੀਅਮ ਸੱਭਿਅਤਾ ਸੀਗੀ, ਜਾਂ ਫਿਰ ਚਾਈਨੀਜ਼ ਸਿਵਲਾਈਜੇਸ਼ਨ ਸੀਗੀ ਜੀ ਸੱਭਿਅਤਾ ਜਿਹਨੂੰ ਕਹਿ ਦਿੰਦੇ ਆਪਾਂ। ਇਹ ਸਾਰੀਆਂ ਹੀ ਉਹਨਾਂ ਖੇਤਰਾਂ ਦੇ ਵਿੱਚ ਤੁਹਾਨੂੰ ਪਨਪਦੀਆਂ ਹੋਈਆਂ ਵੇਖਣ ਨੂੰ ਮਿਲਣਗੀਆਂ ਜਿੱਥੇ ਕਿ ਨਦੀਆਂ ਜ਼ਿਆਦਾ ਸੀਗੀਆਂ, ਮਤਲਬ ਨਦੀਆਂ ਦੇ ਕੋਲੇ ਜਾਂ ਫਿਰ ਜਿੱਥੇ ਰਿਵਰ ਵੈਲੀ ਸੀਗੀਆਂ ਉੱਥੇ ਹੀ ਤੁਹਾਨੂੰ ਜਿੰਨੀਆਂ ਵੀ ਅੱਜ ਕੱਲ੍ਹ ਦੀਆਂ ਇਤਿਹਾਸ ਵਿੱਚ ਸਿਵਲਾਈਜੇਸ਼ਨ ਤੁਹਾਨੂੰ ਵੇਖਣ ਨੂੰ ਮਿਲੀਆਂ ਨੇ ਜੀ, ਇਹ ਤੁਹਾਨੂੰ ਸਾਰੀਆਂ ਹੀ ਨਦੀ ਦੇ ਕਿਨਾਰੇ ਵੇਖਣ ਨੂੰ ਮਿਲਦੀਆਂ ਨੇ। ਕਿਉਂ? ਕਿਉਂਕਿ ਉੱਥੇ ਲੋਕ ਫਸਲਾਂ ਉਗਾ ਸਕਦੇ ਆ, ਉਹਨਾਂ ਦੀ ਪਾਣੀ ਦੀ ਜਿਹੜੀ ਕਮੀ ਹੈ ਜੀ ਉਹ ਉੱਥੇ ਦੀ ਜਿਹੜੀ ਪੂਰਤੀ ਆ ਉਹ ਪਾਣੀ ਪੂਰੀ ਕਰ ਦਿੰਦਾ। ਸੋ ਜਿਹਦੇ ਕਰਕੇ ਤੁਹਾਨੂੰ ਜਿਹੜੇ ਮੈਦਾਨ ਹੈਗੇ ਨੇ ਜੀ ਇਹ ਬਹੁਤ ਜ਼ਿਆਦਾ ਸਿਗਨੀਫੀਕੈਂਸ ਰੱਖਦੇ ਆ ਹਿਊਮਨ ਲਾਈਫ ਦੇ ਵਿੱਚ। ਐਂਡ ਦੋਸਤੋ ਇੱਕ ਹੋਰ ਇੰਪੋਰਟੈਂਟ ਫੈਕਟ ਹੈ ਜੀ, ਮੰਨ ਲਓ ਮੈਂ ਕਿਤੇ ਇੱਕ ਡਾਇਗਰਾਮ ਬਣਾ ਰਿਹਾ, ਇੱਕ ਇਹ ਵੀ ਬਹੁਤ ਇੰਪੋਰਟੈਂਟ ਫੈਕਟ ਹੈ। ਜਿਵੇਂ ਕਿ ਆਪਾਂ ਗਲੋਬ ਵਾਲਾ ਜਦੋਂ ਲੈਸਨ ਪੜਿਆ ਸੀ, ਮੈਂ ਤੁਹਾਨੂੰ ਨਾ ਕੁਝ ਲੈਟੀਟਿਊਡਸ ਬਾਰੇ ਦੱਸਿਆ ਸੀਗਾ ਜਿਹਨੂੰ ਤੁਸੀਂ ਅਕਸ਼ਾਂਸ਼ ਰੇਖਾਵਾਂ ਕਹਿੰਦੇ ਹੋ। ਇੱਥੇ ਜਿਹੜਾ ਸਾਡੇ ਨਾਲ ਉੱਤੇ ਵਾਲੀ ਜਿਹੜੀ ਲਾਈਨ ਹੁੰਦੀ ਆ ਉਹਦਾ ਕੀ ਨਾਮ ਹੈ ਜੀ, ਟ੍ਰੋਪਿਕ ਆਫ ਕੈਂਸਰ। ਜਿਹੜੀ ਵਿਚਾਲੇ ਲਾਈਨ ਹੁੰਦੀ ਆ ਉਹਨੂੰ ਤੁਸੀਂ ਕਹਿੰਦੇ ਹੋ ਇਕੁਏਟਰ, ਭੂ-ਮੱਧ ਰੇਖਾ ਕਹਿੰਦੇ ਹੋ, ਤੇ ਥੱਲੇ ਵਾਲੀ ਜਿਹੜੀ ਲਾਈਨ ਹੈਗੀ ਆ ਉਹਨੂੰ ਤੁਸੀਂ ਕੀ ਕਹਿੰਦੇ ਹੋ ਜੀ, ਟ੍ਰੋਪਿਕ ਆਫ ਕੈਪਰੀਕੌਨ, ਜਿਹਨੂੰ ਤੁਸੀਂ ਮਕਰ ਰੇਖਾ ਕਹਿੰਦੇ ਹੋ ਥੱਲੇ ਵਾਲੀ ਨੂੰ। ਜਿਹੜੀ ਸਾਡੇ ਨਾਲ ਉੱਤੇ ਵਾਲੀ ਲਾਈਨ ਆ ਉਹਨੂੰ ਤੁਸੀਂ ਕਹਿੰਦੇ ਹੋ ਕਰਕ ਰੇਖਾ, ਤੇ ਵਿਚਾਲੇ ਲਾਈਨ ਵਾਲੀ ਲਾਈਨ ਹੈਗੀ ਆ ਇਹ ਹੈਗੀ ਆ ਭੂ-ਮੱਧ ਰੇਖਾ। ਤੇ ਇਹਦੇ ਵਿੱਚ ਨਾ ਜੇਕਰ ਆਪਾਂ ਧਿਆਨ ਨਾਲ ਵੇਖੀਏ ਮੈਪ ਨੂੰ, ਤੇ ਇਹਦੇ ਵਿੱਚ ਜਿਹੜਾ ਇਹ ਨਾਰਥਰਨ ਹੈਮੀਸਫੇਅਰ ਹੈ, ਕਿਉਂਕਿ ਆਹ ਵਾਲਾ ਜਿਹੜਾ ਹਿੱਸਾ ਹੈ, ਆਹ ਵਾਲਾ ਹਿੱਸਾ ਇਹ ਨਾਰਥਰਨ ਹੈਮੀਸਫੇਅਰ ਹੈ ਤੇ ਸਾਊਥਰਨ ਹੈਮੀਸਫੇਅਰ ਹੈ, ਠੀਕ ਹੈ ਜੀ। ਅਰਧਗੋਲਾ ਜਿਹਨੂੰ ਤੁਸੀਂ ਕਹਿੰਦੇ ਹੋ, ਉੱਤਰੀ ਅਰਧਗੋਲਾ ਤੇ ਦੱਖਣੀ ਅਰਧਗੋਲਾ। ਉੱਤਰੀ ਅਰਧਗੋਲਾ ਦੇ ਵਿੱਚ ਜਿਹੜਾ ਧਰਤੀ ਵਾਲਾ ਜਿਹੜਾ ਪਾਰਟ ਹੈ ਨਾ, ਮਿੱਟੀ ਵਾਲਾ ਜਾਂ ਫਿਰ ਕਹਿ ਲਓ ਪੱਥਰਾਂ ਵਾਲਾ ਜਿਹੜਾ ਪਾਰਟ ਹੈ, ਧਰਤੀ ਵਾਲਾ ਜਿਹੜਾ ਪਾਰਟ ਹੈ, ਇਹ ਤੁਹਾਨੂੰ ਇੱਧਰ ਜ਼ਿਆਦਾ ਵੇਖਣ ਨੂੰ ਮਿਲਦਾ, ਠੀਕ ਹੈ ਜੀ। ਜਿਵੇਂ ਕਿ ਏਸ਼ੀਆ ਹੋ ਗਿਆ, ਯੂਰਪ ਹੋ ਗਿਆ, ਨਾਰਥ ਅਮਰੀਕਾ ਹੋ ਗਿਆ, ਇਹ ਸਾਰਾ ਪਾਰਟ ਤੁਹਾਨੂੰ ਇੱਧਰ ਹੀ ਵੇਖਣ ਨੂੰ ਮਿਲਦਾ। ਤੇ ਕੁੱਲ ਮਿਲਾ ਕੇ ਜਿਹੜਾ ਧਰਤੀ ਵਾਲਾ ਜਿਹੜਾ ਖੇਤਰ ਹੈ ਜੀ ਇੱਧਰ ਤੁਹਾਨੂੰ ਵੱਧ ਵੇਖਣ ਨੂੰ ਮਿਲਦਾ ਹੈ, ਤੇ ਇੱਧਰ ਵਾਲੇ ਹਿੱਸੇ ਵਿੱਚ ਤੁਹਾਨੂੰ ਜਿਹੜਾ ਧਰਤੀ ਵਾਲਾ ਜਿਹੜਾ ਏਰੀਆ ਹੈ ਇਹ ਘੱਟ ਵੇਖਣ ਨੂੰ ਮਿਲਦਾ ਹੈ। ਜਿਵੇਂ ਕਿ ਸਿਰਫ ਆਸਟ੍ਰੇਲੀਆ ਹੋ ਗਿਆ, ਠੀਕ ਹੈ ਜੀ, ਤੇ ਹੋਰ ਛੋਟੇ-ਮੋਟੇ ਜਿਹੜੇ ਦੇਸ਼ ਹੈਗੇ ਆ ਜੀ ਇਹ ਤੁਹਾਨੂੰ ਇੱਧਰ ਵੇਖਣ ਨੂੰ ਮਿਲਦੇ ਨੇ। ਤੇ ਕੁੱਲ ਮਿਲਾ ਕੇ ਗੱਲ ਇਹ ਬਣਦੀ ਹੈ ਕਿ ਆਹ ਵਾਲੇ ਹਿੱਸੇ ਦੇ ਵਿੱਚ ਤੁਹਾਨੂੰ ਜਿਹੜਾ ਏਰੀਆ ਹੈ ਲੈਂਡ ਮਾਸ ਵਾਲਾ ਇਹ ਵੱਧ ਵੇਖਣ ਨੂੰ ਮਿਲਦਾ ਹੈ, ਤੇ ਆਹ ਵਾਲੇ ਹਿੱਸੇ ਦੇ ਵਿੱਚ ਤੁਹਾਨੂੰ ਲੈਂਡ ਮਾਸ ਵਾਲਾ ਏਰੀਆ ਘੱਟ ਵੇਖਣ ਨੂੰ ਮਿਲਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇੰਪੋਰਟੈਂਸ ਆਫ ਲਿਥੋਸਫੇਅਰ ਦੀ। ਲਿਥੋਸਫੇਅਰ ਦੀ ਕੀ ਇੰਪੋਰਟੈਂਸ ਹੈਗੀ ਹੈ ਜੀ, ਮਹਾਦਵੀਪ ਦੀ ਮਹੱਤਤਾ, ਜਿਹੜੀ ਕਿ ਆਊਟਰ ਕਵਰਿੰਗ ਹੁੰਦੀ ਹੈ ਕਰਸਟ ਦੀ। ਆਊਟਰ ਕਵਰਿੰਗ ਤੋਂ ਭਾਵ ਇਹ ਹੈ ਜਿਵੇਂ ਕਿ ਜਿਹੜੀਆਂ ਚਟਾਨਾਂ ਹੋ ਗਈਆਂ, ਮਿੱਟੀ ਹੋ ਗਈਆਂ, ਜਿਹੜੀਆਂ ਕਿ ਆਪਾਂ ਫਸਲਾਂ ਵਗੈਰਾ ਉਗਾ ਰਹੇ ਹਾਂ, ਉਹ ਕਿੱਥੇ ਉਗਾ ਰਹੇ ਹਾਂ, ਮਿੱਟੀ ਤੇ ਉਗਾ ਰਹੇ ਹਾਂ ਨਾ। ਸੋ ਲਿਥੋਸਫੇਅਰ ਦੇ ਕਰਕੇ ਹੀ ਇਹ ਸਾਰੀਆਂ ਚੀਜ਼ਾਂ ਪੋਸੀਬਲ ਨੇ। ਜੇਕਰ ਆਪਾਂ ਹੋਰ ਗੱਲ ਕਰੀਏ ਕਿ ਜਿਵੇਂ ਕਿ ਆਪਾਂ ਜੋ ਕੁਝ ਵੀ ਪਲਾਂਟਸ ਵਗੈਰਾ ਤਾਂ ਚਲੋ ਇੱਥੇ ਉਗਾ ਰਹੇ ਹਾਂ, ਐਗਰੀਕਲਚਰ ਖੇਤੀਬਾੜੀ ਕਰ ਰਹੇ ਹਾਂ, ਸਾਰੀ ਮਿੱਟੀ ਤੇ ਹੀ ਕਰ ਰਹੇ ਹਾਂ। ਦੂਜੀ ਗੱਲ ਇਹ ਕਿ ਜਿਹੜੀਆਂ ਵੀ ਆਪਾਂ ਹਿਊਮਨਸ ਐਕਟੀਵਿਟੀਜ਼ ਕਰਦੇ ਹਾਂ ਉਹ ਵੀ ਆਪਾਂ ਧਰਤੀ ਤੇ ਹੀ ਕਰ ਰਹੇ ਹਾਂ।
ਸੋ ਇਹਦਾ ਮਤਲਬ ਇਹ ਹੈ ਕਿ ਜਿਹੜਾ ਲਿਥੋਸਫੀਅਰ ਹੈ, ਇਹ ਜਿਹੜੇ ਮਹਾਦੀਪ ਨੇ ਜਾਂ ਫਿਰ ਜਿਹੜਾ ਵੀ ਇਹ ਥਲ ਮੰਡਲ ਹੈ, ਇਹਦੀ ਆਪਾਂ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ। ਸੋ ਦੋਸਤੋ ਤੁਸੀਂ ਸਮਝ ਪਾ ਰਹੇ ਹੋਵੋਗੇ ਕਿ ਲਿਥੋਸਫੀਅਰ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਆ। ਹੁਣ ਮੈਂ ਤੁਹਾਨੂੰ ਇੱਕ ਆਹ ਵਾਲੀ ਜਿਹੜੀ ਡਾਇਗਰਾਮ ਹੈ ਜੀ, ਇਹ ਵੀ ਮੈਂ ਤੁਹਾਨੂੰ ਸਿੱਧੀ ਕਰਕੇ ਵਿਖਾ ਦਿੰਨਾ। ਮੈਂ ਤੁਹਾਨੂੰ ਹੁਣੇ ਦੱਸ ਰਿਹਾ ਸੀਗਾ ਕਿ ਜਿਵੇਂ ਕਿ ਸਾਊਥਰਨ ਹੈਮਿਸਫੀਅਰ ਦੇ ਵਿੱਚ ਤੁਹਾਨੂੰ ਜਿਹੜਾ ਧਰਤੀ ਵਾਲਾ ਖੇਤਰ ਉਹ ਘੱਟ ਵੇਖਣ ਨੂੰ ਮਿਲਦਾ। ਆਹ ਵੇਖੋ ਡਾਇਗਰਾਮ ਤੁਹਾਡੇ ਸਾਹਮਣੇ ਬਣੀ ਹੋਈ ਹੈ, ਇੱਕ ਮੈਪ ਬਣਿਆ ਹੋਇਆ। ਆ ਜਿਵੇਂ ਕਿ ਆ ਤੁਹਾਡਾ ਕੀ ਹੈ, ਆ ਤੁਹਾਡਾ ਗਲੋਬ ਹੈ ਜੀ, ਸਮਝ ਲਓ ਗਲੋਬ ਟਾਈਪ ਹੀ ਹੈ, ਤੇ ਮਤਲਬ ਨਕਸ਼ਾ ਬਣਾਇਆ ਹੋਇਆ। ਇੱਥੇ ਤੁਸੀਂ ਧਿਆਨ ਨਾਲ ਵੇਖੋ, ਆਹ ਵਾਲੀ ਜਿਹੜੀ ਲਾਈਨ ਹੈ, ਆਹ ਜਿਹੜੀ ਲਾਈਨ ਹੈ ਇਹ ਕੀ ਹੈ ਜੀ, ਇਹ ਭੂਮੱਧ ਰੇਖਾ ਹੈਗੀ, ਇਕੁਏਟਰ ਹੈ। ਤੇ ਆਹ ਵਾਲੀ ਲਾਈਨ ਕਿਹੜੀ ਹੈ, ਆਹ ਹੈਗੀ ਜੀ ਤੁਹਾਡੀ ਕਰਕ ਰੇਖਾ, ਜਿਹਨੂੰ ਤੁਸੀਂ ਟ੍ਰੋਪਿਕ ਆਫ ਕੈਂਸਰ ਕਹਿੰਦੇ ਹੋ। ਆਹ ਕੀ ਹੈ ਜੀ, ਇਹ ਹੈਗੀ ਹੈ ਜੀ ਤੁਹਾਡੀ ਮਕਰ ਰੇਖਾ, ਜਿਹਨੂੰ ਤੁਸੀਂ ਟ੍ਰੋਪਿਕ ਆਫ ਕੈਪਰੀਕੌਨ ਕਹਿੰਦੇ ਹੋ। ਟ੍ਰੋਪਿਕ ਆਫ ਕੈਪਰੀਕੌਨ ਆਹ ਵਾਲਾ ਜਿਹੜਾ ਇਕੁਏਟਰ ਦੇ ਥੱਲੇ ਵਾਲਾ ਜਿਹੜਾ ਹਿੱਸਾ ਹੈ, ਇੱਥੇ ਵੇਖੋ ਸਿਰਫ ਸਾਊਥ ਅਮਰੀਕਾ ਵੇਖਣ ਨੂੰ ਮਿਲਦਾ ਹੈ। ਸਾਊਥ ਅਮਰੀਕਾ ਤੋਂ ਬਾਅਦ ਇੱਥੇ ਥੋੜਾ ਜਿਹਾ ਹਿੱਸਾ ਅਫਰੀਕਾ ਦਾ ਵੇਖਣ ਨੂੰ ਮਿਲਦਾ ਹੈ, ਤੇ ਇੱਥੇ ਆਸਟ੍ਰੇਲੀਆ ਦਾ ਹਿੱਸਾ ਆ ਗਿਆ। ਜੇਕਰ ਆਪਾਂ ਇੱਧਰ ਕਰਕ ਰੇਖਾ ਵਾਲੀ ਸਾਈਡ ਵੱਲ ਜੇ ਆਪਾਂ ਵੇਖਦੇ ਹਾਂ, ਤੇ ਇੱਧਰ ਵੇਖੋ ਨਾਰਥ ਅਮਰੀਕਾ ਵੀ ਹੈ, ਯੂਰਪ ਵੀ ਆ ਜਾਂਦਾ, ਏਸ਼ੀਆ ਵੀ ਆ ਜਾਂਦਾ, ਠੀਕ ਹੈ ਜੀ। ਅਫਰੀਕਾ ਤਾਂ ਚਲੋ ਆ ਹੀ ਰਿਹਾ, ਠੀਕ ਹੈ ਜੀ, ਅੱਧਾ ਅਫਰੀਕਾ ਇੱਧਰ ਵੀ ਆ ਜਾਂਦਾ, ਠੀਕ ਹੈ ਜੀ। ਸੋ ਕੁੱਲ ਮਿਲਾ ਕੇ ਇੱਧਰ ਜਿਹੜਾ ਲੈਂਡ ਵਾਲਾ ਜਿਹੜਾ ਏਰੀਆ ਹੈ, ਇਹ ਤੁਹਾਨੂੰ ਨਾਰਥਰਨ ਹੈਮਿਸਫੀਅਰ ਦੇ ਵਿੱਚ ਵੱਧ ਵੇਖਣ ਨੂੰ ਮਿਲਦਾ ਹੈ। ਤੇ ਇਹ ਜਿਹੜਾ ਤੁਹਾਡੇ ਸਾਹਮਣੇ ਜਿਹੜੀ ਡਾਇਗਰਾਮ ਹੈ, ਇਹ ਵੇਖਣ ਤੋਂ ਬਾਅਦ ਤੁਹਾਨੂੰ ਇੱਕ ਗੱਲ ਹੋਰ ਇਹ ਵੀ ਸਮਝ ਆਉਂਦੀ ਹੈ ਕਿ ਜਿਹੜਾ ਕਿ ਅਫਰੀਕਾ ਜਿਹੜੀ ਕੰਟਰੀ ਹੈ, ਕੰਟਰੀਜ਼ ਦੇ ਵਿੱਚ ਬਹੁਤ ਸਾਰੀਆਂ ਆ ਜਾਂਦੀਆਂ ਨੇ। ਅਫਰੀਕਾ ਜਿਹੜਾ ਮਹਾਦੀਪ ਹੈ, ਇਹਦੇ ਵਿੱਚ ਜਿਹੜੀਆਂ ਤਿੰਨੇ ਰੇਖਾਵਾਂ ਨੇ, ਮੈਂ ਇਹਨਾਂ ਰੇਖਾਵਾਂ ਦੀ ਗੱਲ ਕਰ ਰਿਹਾ, ਜਿਵੇਂ ਕਿ ਆ ਇਕੁਏਟਰ ਹੋ ਗਈ ਜੀ, ਜਿਹੜੀ ਵਿਚਾਲੇ ਲੰਘ ਰਹੀ ਹੈ ਇਕੁਏਟਰ। ਆ ਕੀ ਹੈ ਜੀ, ਟ੍ਰੋਪਿਕ ਆਫ ਕੈਂਸਰ ਐਂਡ ਟ੍ਰੋਪਿਕ ਆਫ ਕੈਪਰੀਕੌਨ। ਅਫਰੀਕਾ ਇਹੋ ਜੀ ਕੰਟਰੀ ਹੈ ਜਿਹਦੇ ਵਿੱਚ ਇਹ ਤਿੰਨੋਂ ਰੇਖਾਵਾਂ ਹੋ ਕੇ ਲੰਘਦੀਆਂ ਨੇ, ਠੀਕ ਹੈ ਜੀ। ਇਹ ਤਿੰਨੋਂ ਰੇਖਾਵਾਂ, ਤਿੰਨੋਂ ਜਿਹੜੇ ਲੈਟੀਟਿਊਡਸ ਨੇ, ਅਕਸ਼ਾਂਸ਼ ਰੇਖਾਵਾਂ ਨੇ ਜੀ, ਇਹ ਅਫਰੀਕਾ ਕੰਟਰੀ ਦੇ ਵਿੱਚੋਂ ਹੋ ਕੇ ਲੰਘਦੀਆਂ ਨੇ। ਤੇ ਭਾਰਤ ਵਿੱਚ ਜਿਹੜੀ ਰੇਖਾ ਹੋ ਕੇ ਲੰਘਦੀ ਹੈ, ਉਹਦਾ ਕੀ ਨਾਮ ਹੈ ਜੀ, ਉਹਦਾ ਨਾਮ ਹੈ ਟ੍ਰੋਪਿਕ ਆਫ ਕੈਂਸਰ, ਜਿਹਨੂੰ ਤੁਸੀਂ ਕਰਕ ਰੇਖਾ ਵੀ ਕਹਿੰਦੇ ਹੋ। ਕਈ ਵਾਰ ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਕਿ ਕਰਕ ਰੇਖਾ ਭਾਰਤ ਦੇ ਜਿਨ੍ਹਾਂ ਰਾਜਾਂ ਦੇ ਵਿੱਚ ਨਿਕਲਦੀ ਹੈ, ਤੁਸੀਂ ਉਹਨਾਂ ਦੇ ਨਾਮ ਦੱਸੋ। ਇਹਦੀ ਗੱਲ ਆਪਾਂ ਕਿਸੇ ਹੋਰ ਲੈਸਨ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੂੰਗਾ। ਤੇ ਦੋਸਤੋ ਇਹ ਛੋਟੀ ਜੀ ਗੱਲ ਸੀਗੀ ਜਿਹੜੀ ਕਿ ਆਪਾਂ ਇਹਦੇ ਬਾਰੇ ਸਿੱਖ ਲਈ ਆ। ਹੁਣ ਆਪਾਂ ਅੱਗੇ ਚੱਲਦੇ ਹਾਂ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਮਹਾਦੀਪਾਂ ਦੀ। ਮਹਾਦੀਪ ਕੀ ਹੁੰਦੇ ਨੇ ਜੀ, ਇਹ ਉਹ ਲੈਂਡ ਮਾਸਸ ਹੁੰਦੇ ਨੇ ਜਿਹੜੇ ਕਿ ਜਿਨ੍ਹਾਂ ਦੇ ਚਾਰੇ ਪਾਸੇ ਕੀ ਹੁੰਦੇ ਨੇ ਜੀ, ਓਸ਼ੀਅਨਸ ਹੁੰਦੇ ਨੇ, ਠੀਕ ਹੈ ਜੀ। ਸੋ ਹੁਣੇ ਮੈਂ ਇੱਕ ਡਾਇਗਰਾਮ ਵੀ ਵਿਖਾਈ ਸੀ ਨਾ ਤੁਹਾਨੂੰ। ਮੇਨਲੀ ਪਹਿਲਾਂ ਤੁਸੀਂ ਇੱਕ ਵਾਰ ਇਹ ਵੇਖ ਲਓ ਕਿ ਇਹ ਜਿਹੜੇ 7 ਕੰਟੀਨੈਂਟਸ ਨੇ, ਜਿਹਨੂੰ ਤੁਸੀਂ ਮਹਾਦੀਪ ਕਹਿੰਦੇ ਹੋ, ਇਹ ਕੁੱਲ ਕਿੰਨੇ ਮਹਾਦੀਪ ਨੇ ਜੀ, ਇਹ 7 ਮਹਾਦੀਪ ਨੇ। ਕਿਹੜੇ ਮਹਾਦੀਪ ਨੇ ਜੀ, ਸਾਰਿਆਂ ਨਾਲੋਂ ਪਹਿਲਾਂ ਤਾਂ ਕੀ ਹੈ ਜੀ, ਉਹਦਾ ਨਾਮ ਹੈ ਏਸ਼ੀਆ। ਏਸ਼ੀਆ ਤੋਂ ਬਾਅਦ ਆਏਗਾ ਜੀ ਅਫਰੀਕਾ। ਅਫਰੀਕਾ ਤੋਂ ਬਾਅਦ ਆਏਗਾ ਜੀ ਨਾਰਥ ਅਮਰੀਕਾ। ਨਾਰਥ ਅਮਰੀਕਾ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਜੀ ਉੱਤਰੀ ਅਮਰੀਕਾ, ਠੀਕ ਹੈ ਜੀ। ਉਸ ਤੋਂ ਬਾਅਦ ਆਏਗਾ ਜੀ ਸਾਊਥ ਅਮਰੀਕਾ, ਦੱਖਣੀ ਅਮਰੀਕਾ ਜਿਹਨੂੰ ਤੁਸੀਂ ਕਹਿ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਜੀ ਅੰਟਾਰਕਟਿਕਾ, ਫਿਰ ਆ ਗਿਆ ਜੀ ਯੂਰਪ, ਫਿਰ ਆ ਗਿਆ ਜੀ ਆਸਟ੍ਰੇਲੀਆ। ਇਹ ਜਿਹੜੇ 7 ਜਿਹੜੇ ਕੰਟੀਨੈਂਟਸ ਨੇ ਜੀ, ਇਹਨਾਂ ਦੀ ਆਪਾਂ ਗੱਲ ਕਰ ਲੈਂਦੇ ਆ। ਸਾਰਿਆਂ ਨਾਲੋਂ ਪਹਿਲਾਂ ਇਹ ਤੁਹਾਨੂੰ ਨਾ ਇੱਕ ਵਾਰ ਵਿਖਾ ਦਵਾਂ ਮੈਂ, ਜਿਹੜੇ ਹੁਣੇ ਆਪਾਂ ਇੱਕ ਫਿਗਰ ਵਿਖਾਈ ਸੀ ਨਾ ਤੁਹਾਨੂੰ, ਇੱਕ ਡਾਇਗਰਾਮ ਵਿਖਾਈ ਸੀਗੀ, ਉੱਤੇ ਹੀ ਤੁਸੀਂ ਵੇਖ ਸਕਦੇ ਹੋ। ਸੋ ਆਹ ਵੇਖੋ ਤੁਸੀਂ ਡਾਇਗਰਾਮ, ਇੱਥੇ ਆਪਾਂ ਏਸ਼ੀਆ ਦੀ ਗੱਲ ਕਰ ਰਹੇ ਸੀ। ਏਸ਼ੀਆ ਦੀ ਇੱਥੇ ਜੇਕਰ ਆਪਾਂ ਗੱਲ ਕਰੀਏ, ਇਹ ਵੇਖੋ ਏਸ਼ੀਆ ਹੈ। ਏਸ਼ੀਆ ਭਾਰਤ ਦਾ ਹੀ ਮਤਲਬ ਕਹਿ ਸਕਦੇ ਹਾਂ ਕਿ ਭਾਰਤ ਵੀ ਏਸ਼ੀਆ ਵਿੱਚ ਹੀ ਆਉਂਦਾ ਜਿਹੜਾ ਮਹਾਦੀਪ ਹੈ। ਏਸ਼ੀਆ ਤੋਂ ਬਾਅਦ ਤੁਸੀਂ ਯੂਰਪ ਵੇਖੋ, ਯੂਰਪ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਅਫਰੀਕਾ, ਅਫਰੀਕਾ ਤੋਂ ਬਾਅਦ ਤੁਸੀਂ ਆਹ ਵੇਖੋ ਆਸਟ੍ਰੇਲੀਆ, ਆਸਟ੍ਰੇਲੀਆ ਤੋਂ ਬਾਅਦ ਇੱਧਰ ਆ ਗਿਆ ਜੀ ਸਾਊਥ ਅਮਰੀਕਾ, ਇੱਧਰ ਹੈ ਜੀ ਨਾਰਥ ਅਮਰੀਕਾ, ਠੀਕ ਹੈ ਜੀ। ਕਿੰਨੇ ਹੋ ਗਏ, 1 2 3 4 5 6, ਇੱਕ ਰਹਿ ਗਿਆ ਜੀ। ਇੱਕ ਰਹਿਣ ਤੋਂ ਬਾਅਦ ਆਹ ਵੇਖੋ ਤੁਸੀਂ ਅੰਟਾਰਕਟਿਕਾ। ਅੰਟਾਰਕਟਿਕਾ ਜਿਵੇਂ ਕਿ ਆਪਾਂ ਗਲੋਬ ਵਾਲੇ ਲੈਸਨ ਦੇ ਵਿੱਚ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾਇਆ ਹੀ ਸੀ ਕਿ ਉੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ। ਕਿਤੇ ਠੰਡ ਪੈਂਦੀ ਹੈ ਜੀ, ਆਹ ਜਿਹੜਾ ਨਾਰਥ ਪੋਲ ਹੋ ਗਿਆ, ਆਹ ਨਾਰਥ ਪੋਲ ਹੋ ਗਿਆ, ਤੇ ਇਹਦੇ ਥੱਲੇ ਜਿਹੜਾ ਸਾਊਥ ਪੋਲ ਹੈ, ਕਿਉਂਕਿ ਅੰਟਾਰਕਟਿਕਾ ਜਿਹੜਾ ਕੰਟੀਨੈਂਟ ਹੈ ਇਹ ਤੁਹਾਨੂੰ ਸਾਊਥ ਪੋਲ ਦੇ ਵਿੱਚ ਹੀ ਵੇਖਣ ਨੂੰ ਮਿਲ ਰਿਹਾ ਨਾ। ਤੇ ਇੰਨੀ ਜ਼ਿਆਦਾ ਜਿੱਥੇ ਠੰਡ ਪੈ ਰਹੀ ਹੋਊਗੀ, ਤੇ ਫਿਰ ਇੱਥੇ ਕੀ ਤੁਹਾਨੂੰ ਲੋਕ ਵਿਖਣਗੇ, ਬਿਲਕੁਲ ਨਹੀਂ ਵਿਖਣਗੇ। ਸੋ ਮਤਲਬ ਨਾ ਮਾਤਰ ਜਿਹੜੇ ਲੋਕ ਹੈਗੇ ਆ, ਤੁਹਾਨੂੰ ਇੱਥੇ ਆਬਾਦੀ ਨਾ ਮਾਤਰ ਹੀ ਰਹਿੰਦੀ ਹੈ, ਠੀਕ ਹੈ ਜੀ। ਸੋ ਜਿਹਦੇ ਕਰਕੇ ਆਪਾਂ ਜਿਹੜੀ ਸਟੱਡੀ ਕਰਨੀ ਹੈ ਮੇਨਲੀ ਆਪਾਂ ਇਹਨਾਂ ਸਿਰਫ 6 ਜਿਹੜੇ ਕੰਟੀਨੈਂਟਸ ਨੇ ਇਹਨਾਂ ਦੀ ਗੱਲ ਕਰਾਂਗੇ, ਜਿਵੇਂ ਕਿ ਨਾਰਥ ਅਮਰੀਕਾ ਹੋ ਗਿਆ, ਸਾਊਥ ਅਮਰੀਕਾ ਹੋ ਗਿਆ, ਅਫਰੀਕਾ ਹੋ ਗਿਆ, ਇੱਧਰ ਯੂਰਪ ਹੋ ਗਿਆ, ਏਸ਼ੀਆ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਠੀਕ ਹੈ ਜੀ। ਐਂਡ ਇੱਧਰ ਬਹੁਤ ਹੀ ਇੰਪੋਰਟੈਂਟ ਫੈਕਟਸ ਲਿਖੇ ਹੋਏ ਆ ਜੀ। ਆਪਾਂ ਇਹਨਾਂ ਦੇ ਵਿੱਚ ਏਰੀਆ ਇਨ ਸਕੁਅਰ ਕਿਲੋਮੀਟਰ ਦਾ ਨਹੀਂ ਯਾਦ ਕਰਾਂਗੇ, ਬਟ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਨੂੰ ਇੱਕ ਰਫਲੀ ਆਈਡੀਆ ਹੋ ਜਾਵੇ ਕਿ ਕਿੰਨੇ ਪ੍ਰਤੀਸ਼ਤ ਜਿਹੜਾ ਲੈਂਡ ਹੈ ਉਹ ਕਵਰ ਕੀਤਾ ਹੋਇਆ ਕਿਹੜੇ ਕੰਟੀਨੈਂਟ ਨੇ। ਜਿਵੇਂ ਏਸ਼ੀਆ ਨਾਮ ਦਾ ਜਿਹੜਾ ਕੰਟੀਨੈਂਟ ਹੈ ਜਿਹਦੇ ਵਿੱਚ ਆਪਾਂ ਰਹਿ ਵੀ ਰਹੇ ਹਾਂ, ਉਹ ਜਿਹੜਾ ਪਾਰਟ ਹੈ ਜੀ ਉਹ ਲਗਭਗ 29.5% ਜਿਹੜਾ ਧਰਤੀ ਹੈਗੀ ਹੈ ਜੋ ਆਪਣੇ ਕੋਲ ਹੈਗੀ ਹੈ। ਕਿੰਨੀ ਹੈ ਜੀ, ਏਸ਼ੀਆ ਕੋਲ ਕੁੱਲ ਮਿਲਾ ਕੇ 29.5, ਤੁਸੀਂ 30 ਮੰਨ ਲਓ ਇਹਨੂੰ ਰਫਲੀ, 30% ਜਿਹੜਾ ਖੇਤਰਫਲ ਹੈਗਾ ਉਹ ਕਿਹਦੇ ਕੋਲ ਹੈ, ਉਹ ਏਸ਼ੀਆ ਕੋਲ ਹੈ। ਅਫਰੀਕਾ ਕੋਲ ਕਿੰਨਾ ਹੈ ਜੀ, ਅਫਰੀਕਾ ਕੋਲ 20% ਹੈ। ਨਾਰਥ ਅਮਰੀਕਾ ਕੋਲ ਕਿੰਨਾ ਹੈ ਜੀ, 16% ਹੈ। ਸਾਊਥ ਅਮਰੀਕਾ ਕੋਲ ਕਿੰਨਾ ਹੈ, 11%। ਯੂਰਪ ਕੋਲ ਕਿੰਨਾ ਹੈ, 6%। ਤੇ
ਅੰਟਾਰਕਟਿਕਾ ਕੋਲ ਹੈ 9%, ਜਿੱਥੇ ਤਾਂ ਕੋਈ ਲੋਕ ਰਹਿੰਦੇ ਨਹੀਂ ਹੈਗੇ ਅੰਟਾਰਕਟਿਕਾ ਦੇ ਵਿੱਚ। ਤੇ ਆਸਟ੍ਰੇਲੀਆ ਵਿੱਚ ਕਿੰਨੇ ਆ ਜੀ 5.2%। ਤੁਸੀਂ 5 ਵੀ ਯਾਦ ਕਰ ਲਓ। ਸੋ ਮੋਟਾ ਤੁਸੀਂ ਯਾਦ ਕਰ ਸਕਦੇ ਹੋ। ਏਸ਼ੀਆ ਕੋਲ ਸਾਰਿਆਂ ਨਾਲੋਂ ਵੱਧ ਹੈ, ਲਗਭਗ 29.5 ਜਾਂ ਫਿਰ ਤੁਸੀਂ 30 ਮੰਨ ਲਓ, ਠੀਕ ਹੈ ਜੀ। ਤੇ ਜੇਕਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਉਹ ਕਿੰਨਾ ਹੈ ਜੀ 5.2%। ਦੂਜੇ ਨੰਬਰ ਵਾਲਾ ਵੀ ਯਾਦ ਕਰ ਲਿਓ ਜੀ, ਅਫਰੀਕਾ ਕੋਲ ਹੈਗਾ ਜੀ ਲਗਭਗ 20, ਠੀਕ ਹੈ ਜੀ। ਮਤਲਬ ਕਿ ਏਸ਼ੀਆ ਕੋਲ ਜਿੰਨਾ ਹੈ ਉਹਦੇ ਵਿੱਚੋਂ 10 ਮਾਈਨਸ ਕਰ ਦਿਓ, ਉਹਦੇ ਉਨਾ ਹੀ ਖੇਤਰਫਲ ਕਿਹਦੇ ਕੋਲ ਹੈ, ਅਫਰੀਕਾ ਕੋਲ ਹੈਗਾ 20% ਲਗਭਗ। ਤੇ ਅੰਟਾਰਕਟਿਕਾ ਦਾ ਤੁਹਾਨੂੰ ਪਤਾ ਲੱਗ ਗਿਆ। ਯੂਰਪ ਦਾ 6.5 ਹੈ ਜੀ, ਸਾਊਥ ਅਮਰੀਕਾ ਦਾ 11.3, ਨਾਰਥ ਅਮਰੀਕਾ ਦਾ 16.3। ਸੋ ਆਪਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਜੀ ਏਸ਼ੀਆ ਦਾ ਸਾਰਿਆਂ ਨਾਲੋਂ ਵੱਡਾ ਕੰਟੀਨੈਂਟ ਹੈ ਜੀ, ਤੇ ਆਸਟ੍ਰੇਲੀਆ ਜਿਹੜਾ ਸਾਰਿਆਂ ਨਾਲੋਂ ਛੋਟਾ ਕੰਟੀਨੈਂਟ ਹੈ। ਕੀ ਹੈ ਜੀ, ਆਸਟ੍ਰੇਲੀਆ ਸਾਰਿਆਂ ਨਾਲੋਂ ਛੋਟਾ ਕੰਟੀਨੈਂਟ ਹੈ। ਹੁਣੇ ਆਪਾਂ ਫਿਗਰ ਦੇ ਵਿੱਚ ਵੀ ਵੇਖਿਆ ਸੀ। ਤੇ ਆਈਲੈਂਡ ਕੀ ਹੁੰਦੇ ਨੇ ਜੀ, ਆਈਲੈਂਡ ਕੀ ਹੁੰਦੇ ਨੇ, ਆਈਲੈਂਡ ਨੂੰ ਤੁਸੀਂ ਪੰਜਾਬੀ ਵਿੱਚ ਕਹਿੰਦੇ ਹੋ ਟਾਪੂ ਜਾਂ ਦਵੀਪ। ਇਹਨੂੰ ਆਪਾਂ ਕਹਿ ਲੈਂਦੇ ਆ ਕਿ ਇਹਨਾਂ ਚਾਰੇ ਪਾਸਿਓਂ ਇਹ ਵੀ ਪਾਣੀ ਨਾਲ ਕਵਰਡ ਹੁੰਦੇ ਆ। ਕੀ ਹੁੰਦੇ ਨੇ ਜੀ, ਇਹ ਪਾਣੀ ਨਾਲ ਕਵਰ ਹੁੰਦੇ ਨੇ। ਇੱਕ ਇਹੋ ਜਿਹਾ ਖੇਤਰਫਲ ਜਿਹੜਾ ਕਿ ਵਿਚਾਲੇ ਹੋਵੇ ਪਾਣੀ ਦੇ, ਇਹਦੇ ਚਾਰੇ ਪਾਸੇ ਪਾਣੀ ਹੋਵੇ, ਠੀਕ ਹੈ ਜੀ। ਇੱਕ ਛੋਟਾ ਜਿਹਾ ਖੇਤਰਫਲ ਹੁੰਦਾ, ਇਹਦੇ ਚਾਰੇ ਪਾਸੇ ਜਦੋਂ ਪਾਣੀ ਹੋਵੇ ਉਹਨੂੰ ਆਪਾਂ ਕਹਿੰਦੇ ਆ ਟਾਪੂ ਜਾਂ ਦਵੀਪ। ਇਹਨੂੰ ਆਈਲੈਂਡ ਤੁਸੀਂ ਇੰਗਲਿਸ਼ ਵਿੱਚ ਕਹਿੰਦੇ ਹੋ। ਸੋ ਦੋਸਤੋ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਕਿ ਜਿਵੇਂ ਕਿ ਕੁਝ ਆਪਣੇ ਏਰੀਆ ਹੈਗੇ ਨੇ, ਜਿਵੇਂ ਕਿ ਏਸ਼ੀਆ ਹੋ ਗਿਆ, ਯੂਰਪ ਹੋ ਗਿਆ, ਨਾਰਥ ਅਮਰੀਕਾ ਹੋ ਗਿਆ, ਤੇ ਏਸ਼ੀਆ ਐਂਡ ਯੂਰਪ ਹੋ ਗਏ। ਕਿਹੜੇ ਕੰਟਰੀਜ਼ ਨੇ ਜੀ, ਸੌਰੀ ਕੰਟਰੀਜ਼ ਨਹੀਂ, ਇਹ ਕੰਟੀਨੈਂਟ ਦੀ ਆਪਾਂ ਗੱਲ ਕਰ ਰਹੇ ਹਾਂ। ਏਸ਼ੀਆ, ਯੂਰਪ, ਨਾਰਥ ਅਮਰੀਕਾ, ਏਸ਼ੀਆ ਐਂਡ ਯੂਰਪ, ਇਹ ਸਾਰੇ ਕਿੱਥੇ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਜੀ, ਇਹ ਤੁਹਾਨੂੰ ਨਾਰਥਰਨ ਹੈਮਿਸਫੇਅਰ ਦੇ ਵਿੱਚ ਵੇਖਣ ਨੂੰ ਮਿਲਦੇ ਨੇ। ਹੁਣੇ ਮੈਂ ਤੁਹਾਨੂੰ ਵਿਖਾਇਆ ਵੀ ਸੀ ਕਿਹੜੇ ਇਧਰ ਕੰਟੀਨੈਂਟ ਨੇ ਜੀ, ਯੂਰਪ ਹੋ ਗਿਆ, ਏਸ਼ੀਆ ਹੋ ਗਿਆ, ਯੂਰਪ ਹੋ ਗਿਆ, ਨਾਰਥ ਅਮਰੀਕਾ ਐਂਡ ਏਸ਼ੀਆ ਹੋ ਗਿਆ। ਤੇ ਇੱਕ ਹੋਰ ਇਹਨਾਂ ਨੇ ਇੰਪੋਰਟੈਂਟ ਗੱਲ ਦੱਸੀ ਹੋਈ ਆ, ਇੱਕ ਇੱਥੇ ਯੂਰਾਲ ਮਾਊਂਟੇਨ ਹੈਗੇ ਆ ਜਿਹੜੇ ਕਿ ਯੂਰਪ ਤੇ ਏਸ਼ੀਆ ਨੂੰ ਕੀ ਕਰਦੇ ਨੇ ਜੀ, ਇਹ ਉਹਨੂੰ ਅੱਡ ਕਰਦੇ ਨੇ। ਮੈਂ ਤੁਹਾਨੂੰ ਇੱਕ ਵਾਰ ਵਿਖਾ ਦੇਣਾ ਵੱਖ ਕਿਵੇਂ ਕਰਦੇ ਨੇ ਇਹ। ਸੋ ਦੋਸਤੋ ਤੁਸੀਂ ਨਾ ਇੱਕ ਡਾਇਗਰਾਮ ਹੈਗੀ ਹੈ, ਤੁਸੀਂ ਵੇਖ ਪਾ ਰਹੇ ਹੋ ਨਾ, ਆਪਾਂ ਕਿਹਦੀ ਗੱਲ ਕੀਤੀ ਸੀਗੀ, ਜਿਵੇਂ ਕਿ ਇਹ ਨਾਰਥ ਅਮਰੀਕਾ ਹੋ ਗਿਆ, ਯੂਰਪ ਹੋ ਗਿਆ, ਏਸ਼ੀਆ ਹੋ ਗਿਆ, ਅਫਰੀਕਾ ਹੋ ਗਿਆ। ਮਤਲਬ ਇਹ ਸਾਰੇ ਜਿਹੜੇ ਪਾਰਟਸ ਨੇ ਇਹ ਕਿਵੇਂ ਨੇ ਜੀ, ਮਤਲਬ ਕਿ ਇਹ ਤੁਹਾਨੂੰ ਸਪੈਸ਼ਲੀ ਤੁਹਾਨੂੰ ਨਾ ਇਹ ਨਾਰਥਰਨ ਹੈਮਿਸਫੇਅਰ ਦੇ ਵਿੱਚ ਵੇਖਣ ਨੂੰ ਮਿਲਦੇ ਨੇ। ਤੇ ਇੱਕ ਆਪਾਂ ਹੋਰ ਗੱਲ ਦੱਸੀ ਸੀਗੀ, ਇਹ ਜਿਵੇਂ ਕਿ ਇੱਥੇ ਤੁਸੀਂ ਵੇਖੋ, ਇਹ ਕੀ ਹੈ ਜੀ, ਇਹ ਯੂਰਪ ਹੈ। ਕੀ ਹੈ ਇਹ ਯੂਰਪ ਹੈ। ਇੱਧਰ ਕੀ ਹੈ ਜੀ, ਇਹ ਏਸ਼ੀਆ ਹੈ। ਭਾਵ ਇਹ ਦੋ ਕੰਟੀਨੈਂਟ ਨੇ, ਤੇ ਇਹ ਦੋਵੇਂ ਕੰਟੀਨੈਂਟ ਨੂੰ ਅੱਡ ਕੌਣ ਕਰ ਰਿਹਾ, ਇਹਨਾਂ ਦੋਵਾਂ ਕੰਟੀਨੈਂਟ ਨੂੰ ਅੱਡ ਇਹ ਯੂਰਾਲ ਪਰਬਤ ਕਰ ਰਹੇ ਨੇ। ਇੱਧਰ ਕੁਝ ਇੱਕ ਡਾਇਗਰਾਮ ਮੈਂ ਲਾਈਨ ਲਕੀਰ ਖਿੱਚ ਰਿਹਾ, ਇੱਥੇ ਤੁਹਾਨੂੰ ਵਿਖ ਰਿਹਾ, ਇੱਥੇ ਮੈਂ ਜਿੱਥੇ ਡਾਰਕ ਕਰ ਰਿਹਾ, ਇੱਥੇ ਨਾ ਇੱਕ ਯੂਰਾਲ ਪਰਬਤ ਨੇ, ਤੁਸੀਂ ਯਾਦ ਕਰ ਲਿਓ ਯੂਰਾਲ ਪਰਬਤ ਏਸ਼ੀਆ ਐਂਡ ਯੂਰਪ ਨੂੰ ਅੱਡ ਕਰਦੇ ਨੇ, ਠੀਕ ਹੈ ਜੀ। ਤੇ ਇਹਨੂੰ ਆਪਾਂ ਜੇ ਆਪਾਂ ਇਕੱਠੇ ਬੋਲਣਾ ਹੋਵੇ ਆਪਾਂ ਇਹਨੂੰ ਯੂਰੇਸ਼ੀਆ ਕਹਿ ਦਿੰਦੇ ਆ। ਕੀ ਕਹਿੰਦੇ ਆ ਜੀ, ਯੂਰੇਸ਼ੀਆ, EURASIA, ਯੂਰੇਸ਼ੀਆ, ਠੀਕ ਹੈ ਜੀ। ਸੋ ਇੱਥੇ ਤੁਸੀਂ ਵੇਖ ਪਾ ਰਹੇ ਹੋ, ਇੱਥੇ ਯੂਰਾਲ ਪਰਬਤ ਹੈਗੇ ਆ ਜੀ ਜਿਹੜੇ ਕਿ ਯੂਰਪ ਐਂਡ ਏਸ਼ੀਆ ਨੂੰ ਅੱਡ ਕਰ ਰਹੇ ਆ, ਵੱਖ ਕਰ ਰਹੇ ਆ। ਐਂਡ ਆਪਾਂ ਅੰਟਾਰਕਟਿਕਾ ਦੀ ਗੱਲ ਕੀਤੀ ਹੀ ਸੀਗੀ। ਅੰਟਾਰਕਟਿਕਾ ਇੱਕ ਇਹੋ ਜਿਹਾ ਕੰਟੀਨੈਂਟ ਹੈ ਜੀ ਜਿੱਥੇ ਕਿ ਬਹੁਤ ਜ਼ਿਆਦਾ ਬਰਫ਼ ਪੈਂਦੀ ਆ, ਜਿਹਦੇ ਕਰਕੇ ਇੱਥੇ ਰਹਿਣਾ ਪੋਸੀਬਲ ਨਹੀਂ ਹੈਗਾ, ਜਿਹਦੇ ਕਰਕੇ ਉੱਥੇ ਨਾ ਦੇ ਬਰਾਬਰ ਆਬਾਦੀ ਰਹਿੰਦੀ ਹੈ। ਹੁਣ ਆਪਾਂ ਜੇ ਅਫਰੀਕਾ ਦੀ ਗੱਲ ਕਰੀਏ, ਅਫਰੀਕਾ ਉੱਥੇ ਸੈਕੰਡ ਨੰਬਰ ਤੇ ਸੀ ਨਾ ਸਾਈਜ਼ ਦੇ ਮਾਮਲੇ ਵਿੱਚ, ਤੇ ਇਹ ਕਿੰਨੇ ਪ੍ਰਤੀਸ਼ਤ ਲੈਂਡ ਕਵਰ ਕਰਦਾ ਹੈ ਜੀ, ਲਗਭਗ 20% ਪੂਰੇ ਵਿਸ਼ਵ ਦਾ। ਇਹ ਸਾਰੀਆਂ ਗੱਲਾਂ ਇੰਪੋਰਟੈਂਟ ਨੇ ਜੀ ਜਿਹੜੀਆਂ ਵੀ ਮੈਂ ਤੁਹਾਨੂੰ ਦੱਸ ਰਿਹਾ, ਇਹ ਐਗਜ਼ਾਮ ਪੁਆਇੰਟ ਆਫ View ਤੋਂ ਕਾਫੀ ਗੱਲਾਂ ਇੰਪੋਰਟੈਂਟ ਨੇ ਜੀ, ਇਹਦੇ ਵਿੱਚੋਂ ਵੀ ਪ੍ਰਸ਼ਨ ਬਣ ਜਾਂਦੇ ਆ। ਸੋ ਜੇਕਰ ਆਪਾਂ ਅਫਰੀਕਾ ਦੀ ਗੱਲ ਕਰੀਏ, ਅਫਰੀਕਾ ਕੀ ਹੈ ਜੀ, ਸੈਕੰਡ ਲਾਰਜੈਸਟ ਕੰਟੀਨੈਂਟ ਹੈ, ਵਿਸ਼ਵ ਦਾ ਸੈਕੰਡ ਲਾਰਜੈਸਟ ਕੰਟੀਨੈਂਟ ਹੈਗਾ। ਤੇ ਇਹ ਲਗਭਗ 20% ਜਿਹੜਾ ਖੇਤਰਫਲ ਹੈ ਪੂਰੇ ਵਿਸ਼ਵ ਦਾ 20% ਖੇਤਰਫਲ ਕਿਹਦੇ ਕੋਲ ਹੈ ਜੀ, ਅਫਰੀਕਾ ਕੋਲ ਹੈ। ਤੇ ਇਹ ਜਿਹੜਾ ਕੰਟੀਨੈਂਟ ਹੈ ਇਹ ਸੈਪਰੇਟ ਹੁੰਦਾ ਕਿਹਦੇ ਦੁਆਰਾ, ਯੂਰਪ। ਆ ਤੁਸੀਂ ਡਾਇਗਰਾਮ ਵੇਖ ਸਕਦੇ ਹੋ, ਇੱਥੇ ਆਹ ਵਾਲਾ ਜਿਹੜਾ ਏਰੀਆ ਹੈ ਨਾ, ਆ ਯੂਰਪ ਹੈ, ਤੁਹਾਨੂੰ ਪਤਾ ਲੱਗ ਗਿਆ ਸੀ। ਆ ਕੀ ਹੈ ਜੀ, ਆ ਯੂਰਪ ਹੈ। ਮੈਂ ਹੁਣੇ ਤੁਹਾਨੂੰ ਜਸਟ ਦੱਸ ਕੇ ਹਟਿਆ ਸੀ। ਆਪਾਂ ਗੱਲ ਕਿਹਦੀ ਕਰ ਰਹੇ ਹਾਂ, ਅਫਰੀਕਾ ਦੀ। ਅਫਰੀਕਾ ਵਿਸ਼ਵ ਦਾ ਕੀ ਹੈ ਜੀ, ਦੂਸਰਾ ਸਾਰਿਆਂ ਨਾਲੋਂ ਵੱਡਾ ਕੰਟੀਨੈਂਟ ਹੈ। ਕੀ ਹੈ, ਦੂਸਰਾ ਵਿਸ਼ਵ ਦਾ ਸਾਰਿਆਂ ਨਾਲੋਂ ਵੱਡਾ ਕੰਟੀਨੈਂਟ ਹੈ। ਆਪਾਂ ਇਹਦੀ ਗੱਲ ਕਰ ਰਹੇ ਹਾਂ ਅਫਰੀਕਾ ਦੀ, ਵਿਸ਼ਵ ਦਾ ਸਾਰਿਆਂ ਨਾਲੋਂ ਦੂਸਰਾ ਵੱਡਾ ਕੰਟੀਨੈਂਟ ਹੈ। ਤੇ ਇਹ ਵੱਖ ਹੋ ਰਿਹਾ ਕਿਹਦੇ ਨਾਲ, ਆ ਵੇਖ ਰਹੇ ਹੋ ਤੁਸੀਂ, ਇਹ ਕੀ ਹੈ, ਮੈਡੀਟੇਰੀਅਨ ਸੀ ਹੈ। ਕੀ ਹੈ, ਇਹ ਮੈਡੀਟੇਰੀਅਨ ਸੀ ਹੈ। ਮੈਡੀਟੇਰੀਅਨ ਸੀ ਯੂਰਪ ਤੋਂ ਅੱਡ ਕਰ ਰਹੀ ਹੈ। ਇਹ ਮੈਡੀਟੇਰੀਅਨ ਸੀ ਯੂਰਪ ਐਂਡ ਅਫਰੀਕਾ ਨੂੰ ਕੀ ਕਰ ਰਹੀ ਹੈ ਜੀ, ਵੱਖ ਕਰ ਰਹੀ ਹੈ। ਜੇਕਰ ਆਪਾਂ ਗੱਲ ਕਰੀਏ ਏਸ਼ੀਆ ਦੀ, ਤੇ ਏਸ਼ੀਆ ਨੂੰ ਇੱਥੇ ਕੌਣ ਅੱਡ ਕਰ ਰਿਹਾ, ਇੱਥੇ ਕੀ ਹੈ ਜੀ, ਇੱਥੇ ਲਾਲ ਸਾਗਰ ਹੈ। ਕੀ ਹੈ ਜੀ, ਇੱਥੇ ਮੈਂ ਜਿੱਥੇ ਮਾਰਕ ਕਰ ਰਿਹਾ, ਇੱਥੇ ਲਾਲ ਸਾਗਰ ਹੈ ਜੀ। ਲਾਲ ਸਾਗਰ ਜਿਹਨੂੰ ਤੁਸੀਂ ਰੈੱਡ ਸੀ ਕਹਿ ਸਕਦੇ ਹੋ, ਇਹ ਅਫਰੀਕਾ ਐਂਡ ਏਸ਼ੀਆ ਨੂੰ ਵੱਖ ਕਰਦੀ ਹੈ, ਠੀਕ ਹੈ ਜੀ। ਸੋ ਇੰਨੀ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ। ਆਪਾਂ ਮੇਨਲੀ ਗੱਲ ਕਿਹਦੀ ਕਰ ਰਹੇ ਸੀਗੇ, ਆਪਾਂ ਗੱਲ ਕਰ ਰਹੇ ਸੀ ਅਫਰੀਕਾ ਦੀ। ਐਂਡ ਅਫਰੀਕਾ ਬਾਰੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਅਫਰੀਕਾ ਇਕੱਲਾ ਇੱਕ ਇਹੋ ਜਿਹਾ ਕੰਟੀਨੈਂਟ ਹੈ ਜਿਹਦੇ ਥਰੂ ਜਿਹੜੀਆਂ ਤਿੰਨੇ ਲਾਈਨਾਂ ਨੇ, ਕਿਹੜੀਆਂ ਲਾਈਨਸ ਨੇ ਜੀ, ਇਕੁਏਟਰ, ਟ੍ਰੋਪਿਕ ਆਫ ਕੈਂਸਰ ਐਂਡ ਟ੍ਰੋਪਿਕ ਆਫ ਕੈਪਰੀਕॉर्न, ਤਿੰਨੋਂ ਹੀ ਲੰਘਦੀਆਂ ਨੇ। ਜੇਕਰ ਆਪਾਂ ਨਾਰਥ ਅਮਰੀਕਾ ਦੀ ਗੱਲ ਕਰੀਏ, ਇਹ ਕੀ ਹੈ ਜੀ,
ਨਾਰਥ ਅਮਰੀਕਾ ਦੀ ਜੇਕਰ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਨਾ ਤੁਹਾਨੂੰ ਜਿਹੜੇ ਸਾਰਿਆਂ ਨਾਲੋਂ ਵੱਡੇ ਜਿਹੜੇ ਕੰਟਰੀਜ਼ ਨੇ ਜੀ ਇਹ ਵੀ ਤੁਹਾਨੂੰ ਇੱਥੇ ਵੇਖਣ ਨੂੰ ਮਿਲਦੇ ਨੇ, ਜਿਵੇਂ ਕਿ ਕੈਨੇਡਾ ਹੋ ਗਿਆ ਤੇ ਅਮਰੀਕਾ ਹੋ ਗਿਆ। ਠੀਕ ਹੈ ਜੀ, ਇਹ ਦੂਸਰੇ ਤੇ ਚੌਥੇ ਵਿਸ਼ਵ ਦੇ ਸਾਰਿਆਂ ਨਾਲੋਂ ਵੱਡੇ ਕੰਟਰੀਜ਼ ਨੇ ਜੀ, ਜਿਹੜੀਆਂ ਕਿ ਤੁਹਾਨੂੰ ਸਿਰਫ ਨਾਰਥ ਅਮਰੀਕਾ ਦੇ ਵਿੱਚ ਹੀ ਪਾਈਆਂ ਜਾਂਦੀਆਂ ਨੇ। ਇਹ ਆਪਾਂ ਗੱਲ ਕਰ ਲਈ ਜੀ ਨਾਰਥ ਅਮਰੀਕਾ ਦੀ। ਜੇਕਰ ਆਪਾਂ ਇਸ ਤੋਂ ਬਾਅਦ ਗੱਲ ਕਰੀਏ ਆ ਦੱਖਣੀ ਅਮਰੀਕਾ ਦੀ, ਆ ਸਾਊਥਰਨ ਅਮਰੀਕਾ ਤੁਸੀਂ ਵੇਖ ਸਕਦੇ ਹੋ। ਸਾਊਥਰਨ ਅਮਰੀਕਾ ਜਿਹੜੀ ਕਹਿ ਲਈ ਕੰਟੀਨੈਂਟ ਹੈ ਜੀ, ਇਹ ਵੀ ਵੇਖ ਸਕਦੇ ਹੋ ਨਾ ਜੀ, ਇਹ ਵੀ ਦੋਵਾਂ ਪਾਸਿਓਂ ਤੇ ਇਧਰੋਂ ਵੀ ਇਹ ਪਾਣੀ ਨਾਲ ਹੀ ਘਿਰਿਆ ਹੋਇਆ ਮਹਾਸਾਗਰ ਨੇ ਜੀ, ਇਹਨੂੰ ਕਵਰ ਕੀਤਾ ਹੋਇਆ। ਐਂਡ ਯੂਰਪ ਬਾਰੇ ਤੁਹਾਨੂੰ ਪਤਾ ਹੀ ਹੈ ਜੀ, ਇਹ ਕਾਫੀ ਇੱਥੇ ਜਿੰਨੇ ਵੀ ਥੋੜੇ ਛੋਟੇ ਦੇਸ਼ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਜੀ ਇਸ ਯੂਰਪ ਦੇ ਵਿੱਚ, ਪਰ ਜਿੰਨੇ ਵੀ ਇੱਥੇ ਦੇਸ਼ ਹੈਗੇ ਨੇ ਇਹ ਸਾਰੇ ਕੀ ਨੇ ਜੀ, ਇਹ ਸਾਰੇ ਹੀ ਵਿਕਸਿਤ ਨੇ। ਕੀ ਨੇ ਜੀ, ਇਹ ਸਾਰੇ ਹੀ ਜਿੰਨੇ ਵੀ ਤੁਹਾਨੂੰ ਦੇਸ਼ ਮਿਲਦੇ ਨੇ ਇਹ ਸਾਰੇ ਹੀ ਤੁਹਾਨੂੰ ਵਿਕਸਿਤ ਦੇਸ਼ ਵੇਖਣ ਨੂੰ ਮਿਲਦੇ ਨੇ ਜੇਕਰ ਆਪਾਂ ਯੂਰਪ ਦੀ ਗੱਲ ਕਰਦੇ ਹਾਂ। ਐਂਡ ਅੰਟਾਰਕਟਿਕਾ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਇਹਦੇ ਵਿੱਚ ਜਿਹੜੀ ਵਸੋਂ ਰਹਿੰਦੀ ਹੈ ਬਹੁਤ ਹੀ ਘੱਟ ਰਹਿੰਦੀ ਹੈ, ਬਹੁਤ ਹੀ ਘੱਟ, ਕਿਉਂਕਿ ਇੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਜੀ। ਜੇਕਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਜੇਕਰ ਧਿਆਨ ਨਾਲ ਵੇਖੀਏ ਤੇ ਇਹ ਵੀ ਚਾਰੇ ਪਾਸਿਓਂ ਕੀ ਹੈ ਜੀ, ਇਹ ਨਾ ਮਹਾਸਾਗਰਾਂ ਨਾਲ ਘਿਰਿਆ ਹੋਇਆ, ਜਿਹਦੇ ਕਰਕੇ ਆਪਾਂ ਇਹਨੂੰ ਓਸ਼ੀਅਨ ਕੰਟੀਨੈਂਟ ਵੀ ਕਹਿੰਦੇ ਆ। ਠੀਕ ਹੈ ਜੀ, ਓਸ਼ੀਅਨ ਕੰਟੀਨੈਂਟ ਵੀ ਕਹਿੰਦੇ ਆ, ਜਿਹਨੂੰ ਤੁਸੀਂ ਮੇਨਲੀ ਟਾਪੂ ਵੀ ਕਹਿ ਸਕਦੇ ਹੋ, ਜਿਹਨੂੰ ਤੁਸੀਂ ਟਾਪੂ ਮਹਾਦੀਪ ਵੀ ਕਹਿੰਦੇ ਹੋ। ਠੀਕ ਹੈ ਜੀ, ਸੋ ਇਹਨੂੰ ਆਪਾਂ ਕਹਿੰਦੇ ਆ ਆਸਟ੍ਰੇਲੀਆ ਨੂੰ, ਕਿਉਂਕਿ ਇਹ ਚਾਰੇ ਪਾਸਿਓਂ ਹੀ ਪਾਣੀ ਨਾਲ ਘਿਰਿਆ ਹੋਇਆ। ਜੇਕਰ ਆਪਾਂ ਹਾਈਡਰੋਸਫੀਅਰ ਦੀ ਗੱਲ ਕਰੀਏ, ਜਿਹਦੇ ਵਿੱਚ ਆਪਾਂ ਮੇਨਲੀ ਜਲ ਮੰਡਲ ਦੀ ਗੱਲ ਕਰਦੇ ਆ, ਤੇ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਜੀ ਕਿ ਆਪਣੀ ਧਰਤੀ ਤੇ ਨਾ 71% ਕੀ ਹੈ ਜੀ, ਆਪਣੀ ਧਰਤੀ ਤੇ 71% ਪਾਣੀ ਹੈ। ਠੀਕ ਹੈ ਜੀ, ਆਪਣੀ ਧਰਤੀ ਤੇ 71% ਪਾਣੀ ਹੈ, ਤੇ ਇਸ ਦੇ ਨਾਲ ਹੀ ਜਿਹੜਾ ਤੁਹਾਨੂੰ ਧਰਤੀ ਵਾਲਾ ਖੇਤਰ ਹੈ ਉਹ ਫਿਰ ਕਿੰਨਾ ਰਹਿ ਗਿਆ, ਉਹ ਰਹਿ ਗਿਆ ਜੀ ਲਗਭਗ 71%। ਕਿੰਨਾ ਇਹ ਰਹਿ ਗਿਆ ਜੀ, ਇਹ ਤਾਂ ਹੋ ਗਿਆ 71%, ਕਿ ਆਪਾਂ ਕਹਿ ਸਕਦੇ ਹਾਂ 2/3 ਜਿਹੜਾ ਹੈ ਉਹ ਪਾਣੀ ਵੇਖਣ ਨੂੰ ਮਿਲਦਾ ਹੈ, ਤੇ ਬਾਕੀ ਦਾ ਜਿਹੜਾ ਰਹੇਗਾ 29% ਉਹ ਕੀ ਹੈ ਜੀ, ਉਹ ਰਹਿ ਗਿਆ ਜੀ ਤੁਹਾਡਾ ਧਰਤੀ ਵਾਲਾ ਹਿੱਸਾ। ਠੀਕ ਹੈ ਜੀ, ਤੇ ਨੀਲਾ ਗ੍ਰਹਿ ਵੀ ਧਰਤੀ ਨੂੰ ਇਸ ਕਰਕੇ ਹੀ ਕਿਹਾ ਜਾਂਦਾ ਨਾ, ਕਿਉਂਕਿ ਆਪਣੀ ਇਸ ਧਰਤੀ ਤੇ ਬਹੁਤ ਜ਼ਿਆਦਾ ਪਾਣੀ ਹੈਗਾ। ਐਂਡ ਮੇਨਲੀ ਜੇਕਰ ਆਪਾਂ ਹਾਈਡਰੋਸਫੀਅਰ ਦੇ ਵਿੱਚ ਓਸ਼ੀਅਨਸ ਦੀ ਗੱਲ ਕਰੀਏ, ਮਹਾਸਾਗਰਾਂ ਦੀ ਗੱਲ ਕਰੀਏ, ਤੇ ਇੱਥੇ 4 ਜਿਹੜੇ ਮਹਾਸਾਗਰ ਨੇ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਸਾਰਿਆਂ ਨਾਲੋਂ ਪਹਿਲਾ ਵਾਲਾ ਜਿਹੜਾ ਮਹਾਸਾਗਰ ਹੈ ਜੀ ਉਹਨੂੰ ਤੁਸੀਂ ਪੈਸੀਫਿਕ ਓਸ਼ੀਅਨ ਕਹਿੰਦੇ ਹੋ, ਸ਼ਾਂਤ ਮਹਾਸਾਗਰ। ਤੇ ਦੂਜਾ ਆ ਗਿਆ ਜੀ ਅਟਲਾਂਟਿਕ ਓਸ਼ਨ, ਜਿਹਨੂੰ ਤੁਸੀਂ ਅੰਧ ਮਹਾਸਾਗਰ ਕਹਿੰਦੇ ਹੋ। ਥਰਡ ਆ ਗਿਆ ਜੀ ਇੰਡੀਅਨ ਓਸ਼ਨ, ਜਿਹਨੂੰ ਤੁਸੀਂ ਹਿੰਦ ਮਹਾਸਾਗਰ ਕਹਿੰਦੇ ਹੋ। ਤੇ ਚੌਥਾ ਜਿਹੜਾ ਹੈ ਜੀ ਉਹਨੂੰ ਤੁਸੀਂ ਦ ਆਰਕਟਿਕ ਓਸ਼ਨ ਕਹਿੰਦੇ ਹੋ, ਜਿਹਨੂੰ ਤੁਸੀਂ ਆਰਕਟਿਕ ਮਹਾਸਾਗਰ ਕਹਿੰਦੇ ਹੋ ਪੰਜਾਬੀ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸਾਰਿਆਂ ਨਾਲੋਂ ਪਹਿਲਾ ਜਿਹੜਾ ਹੈ ਪੈਸੀਫਿਕ ਓਸ਼ਨ ਦੀ, ਜਿਹਨੂੰ ਤੁਸੀਂ ਸ਼ਾਂਤ ਮਹਾਸਾਗਰ ਕਹਿੰਦੇ ਹੋ। ਤੇ ਸ਼ਾਂਤ ਦਾ ਕੀ ਮਤਲਬ ਹੈ, ਜਿਹੜੀਆਂ ਚੀਜ਼ਾਂ ਸ਼ਾਂਤ ਹੁੰਦੀਆਂ ਨੇ, ਜਿਹੜੇ ਲੋਕ ਸ਼ਾਂਤ ਰਹਿੰਦੇ ਨੇ। ਕਈ ਵਾਰ ਆਪਾਂ ਗੱਲ ਸੁਣੀ ਹੋਊਗੀ ਨਾ ਕਿ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਗੱਲਾਂ ਹੁੰਦੀਆਂ ਨੇ, ਮਤਲਬ ਉਹ ਸ਼ੇਅਰ ਨਹੀਂ ਕਰਦੇ, ਜਾਂ ਫਿਰ ਜਿਹੜੇ ਕਿ ਜ਼ਿਆਦਾ ਸ਼ਾਂਤ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਕੁਝ ਹੁੰਦਾ। ਸੋ ਇਸੇ ਤਰ੍ਹਾਂ ਹੀ ਜਿਹੜਾ ਕਿ ਸ਼ਾਂਤ ਮਹਾਸਾਗਰ ਹੈ, ਤੇ ਆਪਾਂ ਇਹ ਸਮਝ ਸਕਦੇ ਹਾਂ ਕਿ ਜਿਹੜਾ ਸ਼ਾਂਤ ਹੈ, ਇੱਕ ਟ੍ਰਿਕ ਦੇ ਥਰੂ ਇਹਨੂੰ ਯਾਦ ਕਰ ਸਕਦੇ ਹਾਂ ਕਿ ਜਿਹੜਾ ਸ਼ਾਂਤ ਮਹਾਸਾਗਰ ਹੈ ਐਕਚੁਅਲ ਦੇ ਵਿੱਚ ਇਹ ਸ਼ਾਂਤ ਨਹੀਂ ਹੈ, ਇਹ ਬਹੁਤ ਵੱਡਾ ਮਹਾਸਾਗਰ ਹੈ। ਠੀਕ ਹੈ ਜੀ, ਸੋ ਇਹ ਕੀ ਹੈ ਜੀ, ਇਹ ਜਿਹੜੇ ਚਾਰੇ ਮਹਾਸਾਗਰ ਨੇ ਜੀ, ਇਹਨਾਂ ਦੇ ਵਿੱਚੋਂ ਸਾਰਿਆਂ ਨਾਲੋਂ ਵੱਡਾ ਹੈ, ਤੇ ਇਹ ਪੂਰੀ ਧਰਤੀ ਦਾ ਲਗਭਗ 1/3 ਜਿਹੜਾ ਹਿੱਸਾ ਹੈ ਜੀ ਇਹ ਕਵਰ ਕਰਦਾ ਹੈ। ਐਂਡ ਇਸ ਦੇ ਨਾਲ ਹੀ ਜਿਹੜਾ ਸਾਰਿਆਂ ਨਾਲੋਂ ਵੱਡਾ, ਆਪਾਂ ਜਦੋਂ ਲੈਸਨ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਆਪਾਂ ਮੈਰੀਨਾ ਟ੍ਰੈਂਚ, ਠੀਕ ਹੈ ਜੀ, ਮੈਰੀਆਨਾ ਟ੍ਰੈਂਚ ਦੀ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੀ ਵਿਸ਼ਵ ਦੀ ਸਾਰਿਆਂ ਨਾਲੋਂ ਵੱਡੀ ਖਾਈ ਹੈ, ਇਹ ਵੀ ਤੁਹਾਨੂੰ ਇਸ ਪੈਸੀਫਿਕ ਓਸ਼ਨ ਦੇ ਵਿੱਚ, ਭਾਵ ਸ਼ਾਂਤ ਮਹਾਸਾਗਰ ਦੇ ਵਿੱਚ ਹੀ ਵੇਖਣ ਨੂੰ ਮਿਲਦੀ ਹੈ। ਜੇਕਰ ਤੁਸੀਂ ਇਹ ਡਾਇਗਰਾਮ ਵੇਖਦੇ ਹੋ ਤੇ ਇੱਧਰ ਵੇਖੋ ਪੈਸੀਫਿਕ ਓਸ਼ਨ ਹੈ ਕਿੱਥੇ, ਇੱਧਰ ਵੇਖੋ ਦੋਸਤੋ, ਇੱਧਰ ਕੀ ਹੈ ਜੀ, ਇੱਧਰ ਤੁਹਾਡਾ ਪੈਸੀਫਿਕ ਓਸ਼ਨ ਹੈ। ਇੱਕ ਵਾਰ ਮੈਂ ਤੁਹਾਨੂੰ ਡਾਰਕ ਕਰਕੇ ਵਿਖਾ ਦਿੰਨਾ, ਇਹ ਕੀ ਹੈ, ਤੁਹਾਡਾ ਪੈਸੀਫਿਕ ਓਸ਼ਨ ਹੈ। ਤੇ ਇਹ ਕਿਹਨੂੰ ਅੱਡ ਕਰ ਰਿਹਾ, ਇਹ ਮੇਨਲੀ ਆਸਟ੍ਰੇਲੀਆ ਐਂਡ ਏਸ਼ੀਆ ਐਂਡ ਆਸਟ੍ਰੇਲੀਆ ਨੂੰ ਇਸ ਨਾਰਥ ਅਮਰੀਕਾ ਨਾਲ ਅੱਡ ਕਰ ਰਿਹਾ। ਠੀਕ ਹੈ ਜੀ, ਵੱਖ ਕਰ ਰਿਹਾ, ਕਿਉਂਕਿ ਇਹ ਜਿਹੜਾ ਹਿੱਸਾ ਹੈ, ਇਹ ਵਾਲਾ ਜਿਹੜਾ ਸਾਰਾ ਹਿੱਸਾ ਇਹ ਇਹਦੇ ਨਾਲ ਜੁੜਦਾ ਹੀ ਹੈ ਨਾ, ਹਨਾ। ਮਤਲਬ ਕਿ ਇਹ ਤਾਂ ਤੁਹਾਨੂੰ ਇੱਕ ਫਲੈਟ ਸਰਫੇਸ ਤੇ ਤੁਹਾਨੂੰ ਵੇਖਣ ਨੂੰ ਮਿਲ ਰਿਹਾ, ਤਾਂ ਸ਼ਾਇਦ ਤੁਹਾਨੂੰ ਥੋੜੀ ਕਨਫਿਊਜ਼ਨ ਹੋਵੇ, ਬਟ ਆਹ ਵਾਲਾ ਜਿਹੜਾ ਹਿੱਸਾ ਹੈ, ਕਿਉਂਕਿ ਜਦੋਂ ਆਪਾਂ ਗਲੋਬ ਦੀ ਗੱਲ ਕੀਤੀ ਸੀਗੀ, ਇਹ ਇੱਕ ਦੂਜੇ ਨਾਲ ਜੁੜੂਗਾ ਹੀ ਨਾ। ਜਦੋਂ ਇਹ ਜੁੜੂਗਾ ਮਤਲਬ ਕਿ ਇਹ ਵਾਲਾ ਜਿਹੜਾ ਹਿੱਸਾ ਹੈ ਇਹ ਨਾਰਥ ਅਮਰੀਕਾ ਤੇ ਇਹਨੂੰ ਕਹਿ ਲਓ ਆਸਟ੍ਰੇਲੀਆ ਤੇ ਏਸ਼ੀਆ ਪੈਸੀਫਿਕ ਓਸ਼ਨ ਜਿਹੜਾ ਹੈ ਸ਼ਾਂਤ ਮਹਾਸਾਗਰ, ਇਹਨਾਂ ਦੋਵਾਂ ਨੂੰ ਇਹਦੇ ਨਾਲ ਅੱਡ ਕਰ ਰਿਹਾ ਹੈ। ਸੋ ਇਹ ਗੱਲ ਤੁਸੀਂ ਸਮਝ ਗਏ ਹੋਣੇ ਆ। ਹੁਣ ਆਪਾਂ ਗੱਲ ਕਰਦੇ ਹਾਂ ਦ ਅਟਲਾਂਟਿਕ ਓਸ਼ਨ ਦੀ, ਜਿਹਨੂੰ ਤੁਸੀਂ ਅੰਧ ਮਹਾਸਾਗਰ ਕਹਿੰਦੇ ਹੋ। ਇਹ ਕੀ ਹੈ ਜੀ, ਇਹ ਸੈਕੰਡ ਲਾਰਜੈਸਟ ਓਸ਼ਨ ਹੈ। ਪਹਿਲਾਂ ਜਿਹੜਾ ਸਾਰਿਆਂ ਨਾਲੋਂ ਵੱਡਾ ਜਿਹੜਾ ਓਸ਼ਨ ਸੀ, ਜਿਹੜਾ ਮਹਾਸਾਗਰ ਸੀ, ਉਹਦਾ ਨਾਮ ਸੀ ਦ ਪੈਸੀਫਿਕ ਓਸ਼ਨ, ਸ਼ਾਂਤ ਮਹਾਸਾਗਰ। ਇਹ ਦੂਸਰਾ ਸਾਰਿਆਂ ਨਾਲੋਂ ਵੱਡਾ ਕੀ ਹੈ ਜੀ, ਮਹਾਸਾਗਰ ਹੈ, ਜਿਹਨੂੰ ਤੁਸੀਂ ਅਟਲਾਂਟਿਕ ਓਸ਼ਨ ਕਹਿੰਦੇ ਹੋ, ਅੰਧ ਮਹਾਸਾਗਰ। ਇੱਧਰ ਤੁਸੀਂ ਵੇਖ ਸਕਦੇ ਹੋ ਐਟਲਾਂਟਿਕ ਜਿਹੜਾ ਓਸ਼ਨ ਹੈ, ਠੀਕ ਹੈ ਜੀ, ਐਟਲਾਂਟਿਕ ਓਸ਼ਨ ਅੰਧ ਮਹਾਸਾਗਰ। ਇਹ ਇੱਥੇ ਤੁਸੀਂ ਵੇਖ ਸਕਦੇ ਹੋ, ਇਹ ਵੇਖੋ ਇੱਧਰ ਅਫਰੀਕਾ, ਤੇ ਇਹਦੇ ਇੱਧਰ ਵੇਖੋ ਸਾਊਥ ਅਮਰੀਕਾ, ਇੱਧਰ ਤੁਸੀਂ ਵੇਖ ਸਕਦੇ ਹੋ ਨਾਰਥ ਅਮਰੀਕਾ। ਭਾਵੇਂ ਇਹਨਾਂ ਨੂੰ ਸਾਰਿਆਂ ਨੂੰ ਅੱਡ ਕਰ ਰਿਹਾ। ਤੇ ਇਹਦੇ ਨਾਲ ਜਿਹੜੇ ਆਹ ਵਾਲੇ ਖੇਤਰ ਨੇ, ਹੈ ਜਿਵੇਂ ਕਿ ਆਹ ਵਾਲੇ ਜਿਹੜੇ ਖੇਤਰ ਨੇ, ਇੱਥੇ ਤੁਹਾਨੂੰ ਕੀ ਵੇਖਣ ਨੂੰ ਮਿਲਦਾ ਹੈ, ਇੱਥੇ ਬਹੁਤ ਜ਼ਿਆਦਾ ਜਿਹੜੇ ਪੋਰਟਸ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਪੋਰਟਸ ਕੀ ਹੁੰਦੇ ਨੇ ਜੀ, ਜਿਹੜੇ ਬੰਦਰਗਾਹ ਹੁੰਦੇ ਨੇ। ਇਹ ਨਾਲੇ ਨਾ
ਜਿੱਥੇ ਵੀ ਐਟਲਾਂਟਿਕ ਓਸ਼ਨ ਹੈਗਾ ਮਤਲਬ ਇਹਨੂੰ ਆਪਾਂ ਮੰਨਦੇ ਆ ਕਿ ਇਹਦੇ ਕਰਕੇ ਨਾ ਇਹ ਬਿਜ਼ੀਐਸਟ ਓਸ਼ਨ ਹੈ। ਕਿਉਂ? ਕਿਉਂਕਿ ਇੱਥੇ ਬਹੁਤ ਜ਼ਿਆਦਾ ਜਿਹੜਾ ਵਪਾਰ ਹੈ, ਕਿਉਂਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਮੰਗਾਉਂਦੇ ਆ। ਕਿਹਦੇ ਥਰੂ ਮੰਗਾਉਂਦੇ ਆ ਜੀ? ਸੀ ਰੂਟ ਦੇ ਥਰੂ। ਸੀ ਰੂਟ ਕੀ ਹੁੰਦਾ ਹੈ ਜੀ? ਜਦੋਂ ਆਪਾਂ ਸਮੁੰਦਰੀ ਜਹਾਜ਼ਾਂ ਦੇ ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਐਜ਼ ਮਤਲਬ ਟ੍ਰੇਡ ਆਪਾਂ ਵਪਾਰ ਕਰਦੇ ਆ ਇੱਕ ਦੇਸ਼ ਨਾਲ ਦੂਜੇ ਦੇਸ਼ ਤੋਂ, ਤੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਸਮੁੰਦਰਾਂ ਤੋਂ ਮੰਗਾਉਂਦੇ ਆ, ਤੇ ਮੇਨਲੀ ਇਹਨੂੰ ਬਿਜ਼ੀਐਸਟ ਰੂਟ ਕਿਹਾ ਜਾਂਦਾ। ਠੀਕ ਹੈ ਜੀ, ਸੀ ਰੂਟ ਲਈ ਇਹਨੂੰ ਬਿਜ਼ੀਐਸਟ ਰੂਟ ਕਿਹਾ ਜਾਂਦਾ ਕਿਉਂਕਿ ਇੱਥੇ ਬਹੁਤ ਸਾਰੇ ਜਿਹੜੇ ਪੋਰਟਸ ਨੇ, ਬੰਦਰਗਾਹ ਨੇ, ਇਹ ਤੁਹਾਨੂੰ ਇੱਥੇ ਵੇਖਣ ਨੂੰ ਮਿਲਦੇ ਹੈਗੇ ਆ। ਜੇਕਰ ਆਪਾਂ ਇੰਡੀਅਨ ਓਸ਼ਨ ਦੀ ਗੱਲ ਕਰੀਏ, ਤੁਸੀਂ ਵੇਖ ਸਕਦੇ ਹੋ ਇੱਧਰ ਇੰਡੀਅਨ ਓਸ਼ਨ ਹੈ। ਜਿਹੜਾ ਇੰਡੀਅਨ ਓਸ਼ਨ ਹੈ ਇਹਦੇ ਤੁਸੀਂ ਜੇਕਰ ਇੱਧਰ ਵੇਖਦੇ ਹੋ ਨਾਰਥ ਵਿੱਚ ਕਿਹੜਾ ਕੰਟੀਨੈਂਟ ਹੈ ਜੀ? ਏਸ਼ੀਆ ਹੈ। ਇੰਡੀਅਨ ਓਸ਼ਨ ਦੇ ਜੇਕਰ ਆਪਾਂ ਗੱਲ ਕਰੀਏ ਈਸਟ ਵਿੱਚ, ਇੱਧਰ ਕੀ ਹੈ ਜੀ? ਤੁਹਾਨੂੰ ਆਸਟ੍ਰੇਲੀਆ ਵੇਖਣ ਨੂੰ ਮਿਲਦਾ ਹੈ। ਜੇਕਰ ਆਪਾਂ ਇੰਡੀਅਨ ਓਸ਼ਨ ਦੇ ਵੈਸਟ ਵਿੱਚ ਵੇਖੀਏ ਤਾਂ ਇੱਧਰ ਕੀ ਹੈ ਜੀ? ਅਫਰੀਕਾ ਕੰਟੀਨੈਂਟ ਹੈ। ਭਾਵ ਇਹ ਕਿ ਮਤਲਬ ਇਹ ਇੰਡੀਅਨ ਓਸ਼ਨ ਇੱਕ ਇਹੋ ਜਿਹਾ ਇਕੱਲਾ ਓਸ਼ਨ ਹੈਗਾ ਜਿਹਨੂੰ ਤੁਸੀਂ ਹਿੰਦ ਮਹਾਸਾਗਰ ਵੀ ਕਹਿੰਦੇ ਹੋ, ਜਿਹੜਾ ਕਿ ਭਾਰਤ ਦੇ ਨਾਮ ਤੇ ਪਿਆ। ਠੀਕ ਹੈ ਜੀ, ਹੋਰ ਕਿਸੇ ਵੀ ਕੰਟੀਨੈਂਟ ਦਾ ਜਾਂ ਫਿਰ ਦੂਸਰੇ ਦਾ ਨਾਮ ਤੁਹਾਨੂੰ ਐਵੇਂ ਕਿਸੇ ਕੰਟਰੀ ਦੇ ਨਾਮ ਤੇ ਵੇਖਣ ਨੂੰ ਨਹੀਂ ਮਿਲੂਗਾ। ਸੋ ਬੇਸਿਕਲੀ ਇੰਡੀਅਨ ਓਸ਼ਨ ਜਿਹੜਾ ਹੈ ਮਤਲਬ ਇਹ ਇਕੱਲਾ ਇਹੋ ਜਿਹਾ ਓਸ਼ਨ ਹੈ ਜਿਹੜਾ ਕਿ ਭਾਰਤ ਦੇ ਨਾਮ ਤੇ ਪਿਆ। ਹੁਣ ਇੱਕ ਰਹਿ ਗਿਆ ਜੀ ਲਾਸਟ ਜਿਹੜਾ ਹੈ, ਉਹ ਕੀ ਹੈ ਜੀ? ਆਰਕਟਿਕ ਓਸ਼ਨ। ਠੀਕ ਹੈ ਜੀ, ਆਰਕਟਿਕ ਮਹਾਸਾਗਰ ਤੁਸੀਂ ਵੇਖ ਸਕਦੇ ਹੋ, ਇਹ ਤੁਹਾਨੂੰ ਲਗਭਗ ਨਾਰਥ ਪੋਲ ਤੇ ਹੀ ਵੇਖਣ ਨੂੰ ਮਿਲਦਾ ਹੈ, ਤੇ ਇੱਥੇ ਤੁਹਾਨੂੰ ਕਾਫੀ ਛੋਟੇ ਜਿਹੜੇ ਆਈਲੈਂਡ ਨੇ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਕੁਝ ਬੇਰਿੰਗ ਸਟੇਟਸ ਵੇਖਣ ਨੂੰ ਮਿਲਦੀਆਂ ਨੇ, ਮਤਲਬ ਬੇਰਿੰਗ ਸਟੇਟ ਨੇ, ਕੁਝ ਤੁਹਾਨੂੰ ਸਟੇਟਸ ਵੇਖਣ ਨੂੰ ਮਿਲਦੀਆਂ ਨੇ, ਕੁਝ ਗਲਫਸ ਵੇਖਣ ਨੂੰ ਮਿਲਦੀਆਂ ਨੇ। ਤੇ ਇੱਧਰ ਹੋਰ ਵੀ ਜੇਕਰ ਆਪਾਂ ਇੰਪੋਰਟੈਂਟ ਗੱਲ ਕਰੀਏ ਤੇ ਜਿਵੇਂ ਕਿ ਇਹ ਕਿੱਥੇ ਸਥਿਤ ਹੈ ਜੀ? ਇਹ ਨਾਰਥ ਪੋਲ ਦੇ ਵਿੱਚ ਸਥਿਤ ਹੈ, ਤੇ ਇੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ, ਬਹੁਤ ਜ਼ਿਆਦਾ ਬਰਫ਼ ਹੁੰਦੀ ਹੈ ਜੀ। ਸੋ ਇੱਥੇ ਤੁਸੀਂ ਗੈਸ ਕਰ ਸਕਦੇ ਹੋ ਕਿ ਇੱਥੇ ਬਰਫ਼ ਕਿਉਂ ਪੈਂਦੀ ਹੈ। ਇਸ ਦੇ ਬਾਰੇ ਤਾਂ ਆਪਾਂ ਗੱਲ ਕਰ ਹੀ ਲਈ ਸੀਗੀ, ਮੈਂ ਤੁਹਾਨੂੰ ਦੱਸਿਆ ਵੀ ਸੀ, ਕਿਉਂਕਿ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਜੀ ਇੱਥੇ ਤੱਕ ਨਹੀਂ ਪਹੁੰਚਦੀਆਂ, ਜੇਕਰ ਪਹੁੰਚਦੀਆਂ ਤੇ ਉਹ ਟੇਢੀਆਂ ਪਹੁੰਚਦੀਆਂ ਨੇ, ਜਿਹਦੇ ਕਰਕੇ ਇੱਧਰ ਸਾਰਾ ਸਾਲ ਹੀ ਬਰਫ਼ ਪੈਂਦੀ ਰਹਿੰਦੀ ਹੈ। ਜੇਕਰ ਆਪਾਂ ਲਾਸਟ ਤੇ ਗੱਲ ਕਰੀਏ ਇਹਨਾਂ ਓਸ਼ਨਸ ਦੀ ਇੰਪੋਰਟੈਂਸ ਦੀ, ਹਾਈਡਰੋਸਫੇਅਰ ਦੀ ਕੀ ਇੰਪੋਰਟੈਂਸ ਹੈ ਜੀ? ਸੋ ਜੇਕਰ ਆਪਾਂ ਸਮੁੰਦਰੀ ਜੀਵਾਂ ਦੀ ਗੱਲ ਕਰੀਏ ਤੇ ਸਮੁੰਦਰੀ ਜੀਵਾਂ ਦਾ ਜਿਹੜਾ ਘਰ ਹੈ ਉਹ ਕਿੱਥੇ ਹੈ ਜੀ? ਇਹ ਪਾਣੀ ਹੀ ਹੈਗੇ ਆ। ਜਿਵੇਂ ਕਿ ਅੱਜ ਜਿੰਨੇ ਵੀ ਮਹਾਸਾਗਰ ਹੈਗੇ ਆ, ਇੱਥੇ ਬਹੁਤ ਸਾਰੇ ਜਿਹੜੇ ਛੋਟੇ ਜੀਵ ਹੈਗੇ, ਜਿਵੇਂ ਕਿ ਫਿਸ਼ੇਸ ਹੋ ਗਈਆਂ, ਤੇ ਫਿਸ਼ੇਸ ਜਿਹੜੇ ਹੈਗੇ ਜੀ ਕਾਫੀ ਸਾਰੀਆਂ ਕੰਟਰੀਜ਼ ਨੇ, ਜਿਵੇਂ ਕਿ ਚਾਈਨਾ ਹੋ ਗਿਆ, ਜਾਂ ਫਿਰ ਜਿਹੜੇ ਵੀ ਆ ਕੋਸਟਲ ਏਰੀਆ ਦੇ ਵਿੱਚ ਜਿਹੜਾ ਏਰੀਆ ਲੱਗ ਰਿਹਾ, ਇੱਥੇ ਦੇ ਲੋਕ ਕੀ ਕਰਦੇ ਨੇ ਜੀ? ਇਹ ਫਿਸ਼ੇਸ ਨੂੰ ਬਹੁਤ ਜ਼ਿਆਦਾ ਕੰਜ਼ਿਊਮ ਕਰਦੇ ਹੈਗੇ ਆ। ਸੋ ਇਹਨਾਂ ਦਾ ਜਿਹੜਾ ਫੂਡ ਹੈ ਉਹ ਵੀ ਸੀ ਦੇ ਥਰੂ ਹੀ ਆਉਂਦਾ। ਸੋ ਜਿਹਦੇ ਕਰਕੇ ਆਪਾਂ ਸਮਝ ਸਕਦੇ ਹਾਂ ਕਿ ਜਿਹੜਾ ਵੈਸੇ ਪਾਣੀ ਦੀ ਜੇਕਰ ਆਪਾਂ ਗੱਲ ਕਰੀਏ ਤੇ ਆਪਣੇ ਮਨੁੱਖਾਂ ਲਈ ਵੀ, ਜਾਂ ਫਿਰ ਜਿਹੜੇ ਜਾਨਵਰ ਹੁੰਦੇ ਨੇ, ਜਾਂ ਫਿਰ ਜਿਹੜੇ ਪਲਾਂਟਸ ਹੁੰਦੇ ਨੇ, ਉਹਨਾਂ ਦੀ ਲਾਈਫ ਦੇ ਵਿੱਚ ਪਾਣੀ ਦੀ ਕੀ ਇੰਪੋਰਟੈਂਸ ਹੈ ਜੀ? ਇਹ ਤੁਸੀਂ ਸਾਰੇ ਸਮਝਦੇ ਹੀ ਹੋ। ਸੋ ਇਹਦੀ ਆਪਣੇ ਆਪ ਹੀ ਜਿਹੜੀ ਇੰਪੋਰਟੈਂਸ ਹੈਗੀ ਹੈ ਜੀ ਕਾਫੀ ਜ਼ਿਆਦਾ ਵੱਧ ਜਾਂਦੀ ਹੈ। ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਐਟਮੋਸਫੇਅਰ ਦੀ, ਜਿਹਨੂੰ ਤੁਸੀਂ ਵਾਯੂਮੰਡਲ ਵੀ ਕਹਿੰਦੇ ਹੋ। ਤੇ ਵਾਯੂਮੰਡਲ ਦੀ ਜੇਕਰ ਆਪਾਂ ਗੱਲ ਕਰੀਏ ਤੇ ਆਪਾਂ ਆਪਣੇ ਇਸ এনवायरमेंट ਦੇ ਵਿੱਚ ਸਾਹ ਲੈਂਦੇ ਆ। ਠੀਕ ਹੈ ਜੀ, ਆਪਾਂ ਇਸ এনवायरमेंट ਦੇ ਵਿੱਚ ਸਾਹ ਲੈ ਰਹੇ ਹਾਂ, ਜੇਕਰ ਇਹ ਆਪਾਂ ਆਕਸੀਜਨ ਨਾ ਲਈਏ ਫਿਰ ਕੀ ਹੋਊਗਾ? ਆਪਾਂ ਮਰ ਜਾਾਂਗੇ। ਜੇਕਰ ਆਪਾਂ ਸਪੇਸਸ਼ਿਪ ਦੀ ਗੱਲ ਕਰੀਏ, ਜੇਕਰ ਆਪਾਂ ਅੰਤਰਿਕਸ਼ ਵਿੱਚ ਜਾਂਦੇ ਆ, ਜਿਹੜੇ ਵੀ ਐਸਟਰੋਨੌਟਸ ਹੈਗੇ ਆਪਾਂ ਤਾਂ ਨਹੀਂ ਜਾਂਦੇ, ਬਟ ਆਪਣੇ ਵਰਗੇ ਲੋਕ ਹੀ ਹੁੰਦੇ ਆ, ਜੇਕਰ ਉਹ ਜਾਂਦੇ ਆ ਅੰਤਰਿਕਸ਼ ਦੇ ਵਿੱਚ, ਉੱਥੇ ਕੀ ਕਰਦੇ ਆ ਜੀ? ਉਹ ਸਿਲੰਡਰ ਲੈ ਕੇ ਜਾਂਦੇ ਆ, ਆਕਸੀਜਨ ਸਿਲੰਡਰ ਹੁੰਦੇ ਆ ਨਾ, ਉਹ ਲੈ ਕੇ ਜਾਂਦੇ ਆ। ਜੇਕਰ ਉਹ ਨਾ ਲੈ ਕੇ ਜਾਣ ਮਤਲਬ ਆਪਾਂ ਇਸ এনवायरमेंट ਦੇ ਵਿੱਚ ਹੈਗੇ ਆ, ਆਪਾਂ ਨੂੰ ਆਕਸੀਜਨ ਮਿਲ ਰਹੀ ਹੈ, ਆਪਾਂ ਮਤਲਬ ਸਰਵਾਈਵ ਕਰ ਪਾ ਰਹੇ ਹਾਂ। ਠੀਕ ਹੈ ਜੀ, ਸੋ ਮਤਲਬ ਇਹ ਸਾਰਾ ਪੋਸੀਬਲ ਕਿਹਦੇ ਕਰਕੇ ਹੋ ਪਾ ਰਿਹਾ? ਇਹ ਸਾਰਾ ਐਟਮੋਸਫੇਅਰ ਦੇ ਕਰਕੇ ਹੀ ਪੋਸੀਬਲ ਹੋ ਪਾ ਰਿਹਾ। ਤੇ ਦੋਸਤੋ ਆਪਣੇ ਐਟਮੋਸਫੇਅਰ ਦੇ ਵਿੱਚ, ਭਾਵ ਕਿ ਆਪਣੀ ਜਿਹੜੀ ਧਰਤੀ ਹੈ ਨਾ, ਇਸ ਧਰਤੀ ਦੇ ਆਲੇ ਦੁਆਲੇ ਹਵਾ ਦੀ ਚਾਦਰ ਹੈਗੀ ਹੈ ਜੀ, ਇਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਇੱਕ 에ਅਰ ਦੀ ਬਲੈਂਕਟ ਹੈਗੀ ਆ, ਜਿਹੜੀ 에ਅਰ ਦੀ ਬਲੈਂਕਟ ਹੈ ਜੀ, ਇਹ ਕਾਫੀ ਜ਼ਿਆਦਾ ਇੰਪੋਰਟੈਂਟ ਤਾਂ ਵੀ ਹੈ ਕਿਉਂਕਿ ਜਦੋਂ ਵੀ ਇਹ ਕਿਰਨਾਂ ਆਉਂਦੀਆਂ ਨੇ, ਜਿਹੜੀਆਂ ਸੂਰਜ ਦੀ ਕਿਰਨਾਂ ਆਉਂਦੀਆਂ ਨੇ ਜੀ, ਇਹ ਬਹੁਤ ਦੂਰੋਂ ਆਉਂਦੀਆਂ ਨੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਠੀਕ ਹੈ ਜੀ, ਸੋ ਜਦੋਂ ਇਹ ਧਰਤੀ ਤੇ ਆਉਂਦੀਆਂ ਨੇ ਤੇ ਇਹ ਜਿਹੜੀ ਹਵਾ ਦੀ ਚਾਦਰ ਹੈਗੀ ਆ, ਇਹ ਜਿਹੜੀਆਂ ਹਾਰਮਫੁਲ ਜਿਹੜੀਆਂ ਕਿਰਨਾਂ ਹੁੰਦੀਆਂ ਨੇ, ਠੀਕ ਹੈ ਜੀ, ਹਾਰਮਫੁਲ ਜਿਹੜੀਆਂ ਇਹ ਕਿਰਨਾਂ ਹੁੰਦੀਆਂ ਨੇ, ਇਹਨਾਂ ਨੂੰ ਐਬਜ਼ੌਰਬ ਕਰ ਲੈਂਦੀਆਂ ਨੇ, ਤੇ ਜਿਹੜੀ ਆਪਣੇ ਲਈ ਜ਼ਰੂਰੀ ਆ ਉਹੀ ਕਿਰਨਾਂ ਬਸ ਆਪਣੀ ਧਰਤੀ ਤੇ ਆਉਂਦੀਆਂ ਹੈਗੀਆਂ, ਜਿਹੜੀ ਆਪਣੀ ਤੋਂ ਆਪਾਂ ਨੂੰ ਧੁੱਪ ਲੱਗਦੀ ਆ। ਸੋ ਇਹ ਕੁੱਲ ਮਿਲਾ ਕੇ ਇਹ ਸਾਰੀਆਂ ਚੀਜ਼ਾਂ ਕਿਹਦੇ ਕਰਕੇ ਪੋਸੀਬਲ ਹੋ ਪਾ ਰਹੀਆਂ? ਇਹ ਸਾਰਾ ਕੁਝ ਐਟਮੋਸਫੇਅਰ ਕਰਕੇ ਹੀ ਪੋਸੀਬਲ ਹੋ ਰਿਹਾ। ਐਂਡ ਜੇਕਰ ਆਪਾਂ ਐਟਮੋਸਫੇਅਰ ਦੀ ਗੱਲ ਕਰੀਏ, ਇਹ ਐਕਸਟੈਂਡ ਹੁੰਦੀ ਆ, ਇਹਦਾ ਜਿਹੜਾ ਵਿਸਤਾਰ ਹੈ ਜੀ, ਇਹ ਲਗਭਗ 1600 ਕਿਲੋਮੀਟਰ ਤੱਕ ਦਾ ਇਹਦਾ ਜਿਹੜਾ ਵਿਸਤਾਰ ਹੈ ਜੀ, ਇਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਤੇ ਆਪਣੇ 에ਅਰ ਦੇ ਵਿੱਚ ਨਾ ਕਾਫੀ ਸਾਰੀਆਂ ਗੈਸਸ ਪਾਈਆਂ ਜਾਂਦੀਆਂ ਨੇ, ਜਿਹਦੇ ਵਿੱਚ ਮੇਨਲੀ ਇੰਪੋਰਟੈਂਟ ਜਿਹੜੀਆਂ ਗੈਸਸ ਨੇ ਜੀ, 78% ਤੱਕ ਦੀ ਜਿਹੜੀ ਗੈਸ ਹੈਗੀ ਆ, ਉਹਦਾ ਕੀ ਨਾਮ ਹੈ ਜੀ? ਉਹਦਾ ਨਾਮ ਹੈਗਾ ਨਾਈਟ੍ਰੋਜਨ। ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਆਕਸੀਜਨ ਦੀ ਜਿਹੜੀ ਮਾਤਰਾ ਹੈਗੀ ਆ, ਉਹ ਤੁਹਾਡੇ ਹਵਾ ਦੇ ਵਿੱਚ ਲਗਭਗ 21% ਜਿਹੜੀ ਮਾਤਰਾ ਹੈਗੀ ਆ ਜੀ, ਉਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ, 78 ਜਿਹੜੀ ਪ੍ਰਤੀਸ਼ਤ ਤੁਹਾਨੂੰ ਜਿਹੜੀ ਅਮਾਉਂਟ ਵੇਖਣ ਨੂੰ ਮਿਲਦੀ ਹੈ, ਉਹ ਕਿਹਦੀ ਵੇਖਣ ਨੂੰ ਮਿਲਦੀ ਹੈ ਜੀ? ਉਹ ਹੈ ਨਾਈਟ੍ਰੋਜਨ ਦੀ। ਜੇਕਰ ਆਪਾਂ ਗੱਲ ਕਰੀਏ 21%, ਇਹ ਤੁਹਾਨੂੰ ਆਕਸੀਜਨ ਦੀ ਜਿਹੜੀ ਮਾਤਰਾ ਹੈਗੀ ਆ ਜੀ, ਇਹ ਵੇਖਣ ਨੂੰ ਮਿਲਦੀ ਆ, O2 ਦੀ, O2 ਜਿਹਨੂੰ ਤੁਸੀਂ ਕਹਿੰਦੇ ਹੋ। ਤੇ ਬਾਕੀ ਦੀ ਜਿਹੜੀ ਰਹਿ ਗਈ 1%, ਜਿਹੜੀ 1% ਹੈ ਜੀ, ਇਹ ਬਾਕੀ ਦੀਆਂ ਹੋਰ ਗੈਸਸ ਆ ਜਾਂਦੀਆਂ ਨੇ ਜੀ, ਜਿਵੇਂ ਕਿ ਕਾਰਬਨ ਡਾਈਆਕਸਾਈਡ ਹੋ ਗਈ, ਆਰਗਨ ਹੋ ਗਈ, ਹੋਰ ਕਾਫੀ ਸਾਰੀਆਂ ਜਿਹੜੀਆਂ ਗੈਸਸ ਹੈਗੀਆਂ ਨੇ ਜੀ, ਉਹ 1% ਦੇ ਵਿੱਚ ਆ ਜਾਂਦੀ ਹੈ।
ਤੇ ਐਟਮੋਸਫੇਅਰ ਦੀ ਜਿਹੜੀ ਸਿਗਨੀਫੀਕੈਂਸ ਹੈਗੀ ਜੀ ਉਹ ਤਾਂ ਬਹੁਤ ਜ਼ਿਆਦਾ ਹੈਗੀ ਆ। ਜੇਕਰ ਤੁਸੀਂ ਆਹ ਡਾਇਗਰਾਮ ਵੇਖੋ, ਇਹ ਜਿਹੜੀ ਡਾਇਗਰਾਮ ਹੈਗੀ ਹੈ ਇਹਦੇ ਵਿੱਚ ਤੁਸੀਂ ਧਿਆਨ ਨਾਲ ਵੇਖੋ ਕਿ ਨਾਈਟ੍ਰੋਜਨ ਕਿੰਨੀ ਹੈ ਜੀ, ਲਗਭਗ 78% ਹੈ। ਆਕਸੀਜਨ ਹੈਗੀ ਹੈ ਜੀ 21% ਤੇ 1% ਜਿਹੜੀ ਹੈ ਇਹਦੇ ਵਿੱਚ ਬਾਕੀ ਹੋਰ ਜਿਹੜੀਆਂ ਗੈਸਸ ਆ ਜਾਂਦੀਆਂ ਨੇ ਇਹਦੇ ਵਿੱਚ ਇਹ ਵੇਖਣ ਨੂੰ ਮਿਲਦੀਆਂ ਨੇ। ਆਕਸੀਜਨ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਜੇਕਰ ਆਪਾਂ ਆਕਸੀਜਨ ਨਾ ਲਵਾਂਗੇ ਤੇ ਆਪਾਂ ਨਾ ਵੀ ਸਰਵਾਈਵ ਨਹੀਂ ਕਰ ਸਕਦੇ। ਐਂਡ ਜੇਕਰ ਆਪਾਂ ਨਾਈਟ੍ਰੋਜਨ ਦੀ ਗੱਲ ਕਰੀਏ ਤੇ ਨਾਈਟ੍ਰੋਜਨ ਜਿਹੜੀ ਹੈਗੀ ਹੈ ਜਿਹੜੇ ਲਿਵਿੰਗ ਆਰਗੈਨਿਜ਼ਮ ਹੁੰਦੇ ਨੇ, ਜਿਹੜੇ ਕਿ ਪਲਾਂਟਸ ਹੋ ਗਏ, ਐਨੀਮਲਸ ਹੋ ਗਏ, ਠੀਕ ਹੈ ਜੀ। ਸੋ ਇਹਨਾਂ ਨੂੰ ਵੀ ਨਾਈਟ੍ਰੋਜਨ ਦੀ ਜਿਹੜੇ ਸਪੈਸ਼ਲੀ ਜਿਹੜੇ ਪਲਾਂਟਸ ਹੁੰਦੇ ਨੇ, ਜਿਹੜੇ ਕਿ ਆਪਣੇ ਪੇੜ ਪੌਦੇ ਹੋ ਗਏ, ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਕਾਹਦੀ ਲੋੜ ਹੁੰਦੀ ਹੈ ਜੀ, ਮਤਲਬ ਕਿ ਨਾਈਟ੍ਰੋਜਨ ਕਰਕੇ ਹੀ ਇਹ ਜਿਹੜੀ ਗਰੋਥ ਹੈਗੀ ਹੈ ਜੀ ਉਹ ਕਰ ਸਕਦੇ ਨੇ। ਐਂਡ ਕਾਰਬਨ ਡਾਈਆਕਸਾਈਡ ਦੀ ਜਿਹੜੀ ਵਰਤੋਂ ਹੈਗੀ ਹੈ ਜੀ ਉਹ ਕਿਹਦੇ ਦੁਆਰਾ ਕੀਤੀ ਜਾਂਦੀ ਹੈ, ਇਹਨਾਂ ਪਲਾਂਟਸ ਦੇ ਦੁਆਰਾ ਹੀ ਕੀਤੀ ਜਾਂਦੀ ਹੈ। ਐਂਡ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਬਲੈਂਕਟ ਦੀ ਜਿਹੜੀ ਚਾਦਰ ਹੈਗੀ, ਹਵਾ ਦੀ ਜਿਹੜੀ ਚਾਦਰ ਹੈਗੀ ਆ, ਇਹ ਇਸ ਧਰਤੀ ਨੂੰ ਇਹਨੇ ਘੇਰਿਆ ਹੋਇਆ ਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੈਗੀਆਂ ਨੇ ਜੀ ਉਹ ਮਤਲਬ ਕੁਝ ਐਬਜ਼ੌਰਬ ਕਰ ਲੈਂਦੇ ਆ, ਕੁਝ ਸੋਖ ਲੈਂਦੇ ਆ, ਜਿਹਦੇ ਕਰਕੇ ਆਪਣੀ ਧਰਤੀ ਤੇ ਸਿਰਫ ਥੋੜੀਆਂ ਹੀ ਜਿਹੜੀਆਂ ਕਿਰਨਾਂ ਨੇ, ਠੀਕ ਹੈ ਜੀ। ਅਦਰਵਾਈਜ਼ ਕੀ ਹੋਊਗਾ, ਅਦਰਵਾਈਜ਼ ਜੇਕਰ ਵੱਧ ਜਿਹੜੀਆਂ ਕਿਰਨਾਂ ਨੇ ਸੂਰਜ ਦੀਆਂ ਉਹ ਆਪਣੀ ਧਰਤੀ ਤੇ ਆਉਣਗੀਆਂ ਤੇ ਆਪਣੀ ਧਰਤੀ ਤੇ ਜਿੰਨੇ ਵੀ ਗਲੇਸ਼ੀਅਰ ਹੋਣਗੇ ਜੀ ਉਹਨਾਂ ਨੇ ਪਿਘਲਣਾ ਸ਼ੁਰੂ ਹੋ ਜਾਣਾ ਤੇ ਉਹਦੇ ਨਾਲ ਕੀ ਹੋਊਗਾ, ਉਹਦੇ ਨਾਲ ਆਪਣੇ ਨਾ ਪੂਰੀ ਧਰਤੀ ਤੇ ਹੜ੍ਹ ਆ ਜਾਊਗਾ। ਭਾਵੇਂ ਵੀ ਬਹੁਤ ਜ਼ਿਆਦਾ ਪਾਣੀ ਜਿਹੜਾ ਹੈ ਜੀ ਉਹ ਤੁਹਾਨੂੰ ਫਲੱਡ ਹੀ ਚਾਰੇ ਪਾਸੇ ਵੇਖਣ ਨੂੰ ਮਿਲੂਗਾ। ਜੇਕਰ ਇਹ ਧੁੱਪ ਦੀਆਂ ਕਿਰਨਾਂ ਨਾ ਮਤਲਬ ਕਿ ਬਹੁਤ ਘੱਟ ਆਉਣੀਆਂ ਸ਼ੁਰੂ ਹੋ ਗਈਆਂ ਆਪਣੀ ਧਰਤੀ ਤੇ ਇਹਦੇ ਨਾਲ ਕੀ ਹੋਊਗਾ, ਇਹਦੇ ਨਾਲ ਆਪਣੇ ਚਾਰੇ ਪਾਸੇ ਜਿਹੜੀ ਬਰਫ਼ ਹੈਗੀ ਹੈ ਜੀ ਉਹ ਜੰਮਣੀ ਸ਼ੁਰੂ ਹੋ ਜਾਊਗੀ। ਸੋ ਕੁੱਲ ਮਿਲਾ ਕੇ ਇੱਕ ਬੈਲੈਂਸ ਹੈ ਨਾ ਜਿਹੜਾ ਆਪਣੀ ਧਰਤੀ ਤੇ ਉਹ ਬਣਿਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਦਰਵਾਈਜ਼ ਜੇ ਧੁੱਪ ਘੱਟ ਆ ਰਹੀ ਹੈ ਜਾਂ ਫਿਰ ਧੁੱਪ ਜ਼ਿਆਦਾ ਆ ਰਹੀ ਹੈ ਉਹਦੇ ਵਿੱਚ ਵੀ ਆਪਣੀ ਧਰਤੀ ਤੇ ਬਹੁਤ ਜ਼ਿਆਦਾ ਪ੍ਰੋਬਲਮਸ ਵੇਖਣ ਨੂੰ ਮਿਲਣਗੀਆਂ। ਹੁਣ ਜੇਕਰ ਆਪਾਂ ਬਾਇਓਸਫੀਅਰ ਦੀ ਗੱਲ ਕਰੀਏ, ਜਿਹਨੂੰ ਤੁਸੀਂ ਜੀਵ ਮੰਡਲ ਕਹਿੰਦੇ ਹੋ, ਜੀਵ ਮੰਡਲ ਕਿਹੜੀ ਚੀਜ਼ ਹੈਗੀ ਹੈ? ਹੁਣੇ ਆਪਾਂ ਕਿਹਦੀ ਗੱਲ ਕੀਤੀ ਹੈ, ਆਪਾਂ ਲਿਥੋਸਫੀਅਰ ਦੀ ਗੱਲ ਕੀਤੀ ਹੈ, ਹਾਈਡਰੋਸਫੀਅਰ ਦੀ ਗੱਲ ਕੀਤੀ ਹੈ ਤੇ ਐਟਮੋਸਫੀਅਰ ਦੀ ਗੱਲ ਕੀਤੀ ਹੈ। ਜਿੱਥੇ ਇਹ ਤਿੰਨੇ ਚੀਜ਼ਾਂ ਕੰਟੈਕਟ ਵਿੱਚ ਆਉਣ, ਕਿਹੜੀਆਂ ਜੀ? ਲੈਂਡ ਦੀ ਜੇਕਰ ਆਪਾਂ ਗੱਲ ਕਰੀਏ, ਲੈਂਡ ਦੇ ਵਿੱਚ ਆਪਾਂ ਲਿਥੋਸਫੀਅਰ ਦੀ ਆਪਾਂ ਗੱਲ ਕੀਤੀ ਸੀਗੀ, ਵਾਟਰ ਦੇ ਵਿੱਚ ਆਪਾਂ ਹਾਈਡਰੋਸਫੀਅਰ ਦੀ ਗੱਲ ਕੀਤੀ ਤੇ 에ਅਰ, ਠੀਕ ਹੈ ਜੀ, ਐਟਮੋਸਫੀਅਰ। ਤਿੰਨੇ ਚੀਜ਼ਾਂ ਜਿੱਥੇ ਆਉਂਦੀਆਂ ਨੇ ਜੀ ਉਹਨੂੰ ਤੁਸੀਂ ਬਾਇਓਸਫੀਅਰ ਕਹਿੰਦੇ ਹੋ। ਭਾਵ ਇਹ ਜੇਕਰ ਤੁਹਾਡੇ ਕੋਲ ਸਿਰਫ ਲੈਂਡ ਹੋਈ, ਮੰਨ ਲਓ ਕਿ ਤੁਸੀਂ ਫਸਲਾਂ ਕਿਵੇਂ ਗਰੋ ਕਰੋਗੇ ਜੇਕਰ ਤੁਹਾਡੇ ਕੋਲ ਪਾਣੀ ਨਾ ਹੋਇਆ, ਠੀਕ ਹੈ ਜੀ। ਸੋ ਆਪਾਂ ਨੂੰ ਪਾਣੀ ਦੀ ਵੀ ਲੋੜ ਹੈਗੀ ਆ, ਆਪਾਂ ਨੂੰ 에ਅਰ ਦੀ ਵੀ ਲੋੜ ਹੈਗੀ, ਹਵਾ ਦੀ ਲੋੜ ਹੈਗੀ ਆ। ਸੋ ਦੋਸਤੋ ਜੇਕਰ ਇਹ ਤਿੰਨੇ ਚੀਜ਼ਾਂ ਜਿੱਥੇ ਤੁਹਾਨੂੰ ਇਕੱਠੀਆਂ ਹੀ ਪਾਈਆਂ ਜਾਂਦੀਆਂ ਨੇ ਉਹਨੂੰ ਤੁਸੀਂ ਜੀਵ ਮੰਡਲ ਕਹਿੰਦੇ ਹੋ, ਕਿਉਂਕਿ ਲਾਈਫ ਫੇਰ ਹੀ ਪੋਸੀਬਲ ਆ ਜੇਕਰ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋਣਗੀਆਂ। ਐਂਡ ਦੋਸਤੋ ਜੇਕਰ ਆਪਾਂ ਗੱਲ ਕਰੀਏ ਲੈਂਡ, ਵਾਟਰ ਐਂਡ 에ਅਰ ਦੀ, ਇਹ ਤਿੰਨੇ ਚੀਜ਼ਾਂ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੀਆਂ ਨੇ। ਕਿਵੇਂ ਕਰਦੀਆਂ ਨੇ ਜੀ? ਮੰਨ ਲਓ ਜੇਕਰ ਧਰਤੀ ਤੇ ਤੁਸੀਂ ਦਰਖਤ ਵੱਧ ਵੱਢਣੇ ਸ਼ੁਰੂ ਕਰ ਦਿੱਤੇ, ਜਿਹੜੇ ਫੋਰੈਸਟ ਨੇ ਜੀ ਉਹਨਾਂ ਨੂੰ ਤੁਸੀਂ ਕੱਟ ਕੇ ਬਹੁਤ ਘਰ ਜਿਵੇਂ ਕਿ ਬਣਾ ਹੀ ਰਹੇ ਆ ਲੋਕ, ਜੇਕਰ ਆਪਾਂ ਇਹ ਕੰਮ ਕਰ ਰਹੇ ਆ ਇਹਦੇ ਨਾਲ ਹੋ ਕੀ ਰਿਹਾ? ਇਹਦੇ ਨਾਲ ਜਿਹੜੀ ਸੋਇਲ ਇਰੋਜ਼ਨ ਹੈਗੀ ਆ, ਭਾਵ ਇਹ ਜਿਹੜੀ ਆਪਣੀ ਮਿੱਟੀ ਹੈਗੀ ਆ ਉਹ ਖੁਰ ਰਹੀ ਹੈ, ਠੀਕ ਹੈ ਜੀ। ਮਿੱਟੀ ਖੁਰਨ ਦੇ ਨਾਲ ਕੀ ਹੋ ਰਿਹਾ ਜੀ, ਜਿਹੜੀ ਕਿ ਉਪਜਾਊ ਸ਼ਕਤੀ ਹੈਗੀ ਆ ਉਸ ਧਰਤੀ ਦੀ ਉਹ ਖਤਮ ਹੁੰਦੀ ਜਾ ਰਹੀ ਆ। ਇਸ ਤਰ੍ਹਾਂ ਹੀ ਆਪਾਂ ਜਿਹੜੇ ਮਨੁੱਖ ਨੇ ਉਹ ਬਹੁਤ ਜ਼ਿਆਦਾ ਕੀ ਕਰ ਰਹੇ ਨੇ ਜੀ, ਪੋਲੂਸ਼ਨ ਕਰ ਰਹੇ ਆ। ਆਪਾਂ ਬਹੁਤ ਜ਼ਿਆਦਾ ਜਿਹੜੇ ਵਹੀਕਲਸ ਹੈਗੇ ਆ, ਜਿਹੜੀਆਂ ਗੱਡੀਆਂ ਹੈਗੀਆਂ, ਆਪਾਂ ਉਹਨਾਂ ਦੀ ਵਰਤੋਂ ਕਰ ਰਹੇ ਆ। ਉਹਦੇ ਨਾਲ ਕੀ ਹੋ ਰਿਹਾ? ਉਹਦੇ ਨਾਲ ਬਹੁਤ ਜ਼ਿਆਦਾ ਪੋਲੂਸ਼ਨ ਹੋ ਰਿਹਾ। ਉਸ ਪੋਲੂਸ਼ਨ ਦੇ ਨਾਲ ਆਪਣੀ ਜਿਹੜੀ ਹਵਾ ਦੀ ਚਾਦਰ ਹੈਗੀ ਆ, ਆਪਣੀ ਜਿਹੜੀ 에ਅਰ ਦੀ ਜਿਹੜੀ ਬਲੈਂਕਟ ਹੈਗੀ ਆ ਉਹਦੇ ਵਿੱਚ ਸ਼ੇਕ ਹੋ ਰਿਹਾ, ਕਿਉਂਕਿ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣੀ ਹੀ ਆ ਜਦੋਂ ਆਪਾਂ ਵੱਧ ਜਿਹੜੇ ਵਹੀਕਲਸ ਨੇ ਜੀ ਉਹਨਾਂ ਦੀ ਵਰਤੋਂ ਆਪਾਂ ਕਰਾਂਗੇ, ਠੀਕ ਹੈ ਜੀ। ਆਪਾਂ ਦਰਖਤ ਲਗਾਉਣੇ ਨਹੀਂ ਬਟ ਆਪਾਂ ਇਹਨਾਂ ਦੀ ਕਹਿ ਲਓ ਕਟਿੰਗ ਜ਼ਿਆਦਾ ਕਰ ਰਹੇ ਹਾਂ। ਸੋ ਇਹਦੇ ਨਾਲ ਕੀ ਹੋਊਗਾ ਜੀ, ਜਿਹੜਾ ਬੈਲੈਂਸ ਹੈ, ਮੈਂ ਹੁਣੇ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਜੇਕਰ ਧਰਤੀ ਤੇ ਘੱਟ ਆਉਣਗੀਆਂ ਫਿਰ ਵੀ ਪ੍ਰੋਬਲਮ ਆ, ਜੇਕਰ ਵੱਧ ਆਉਣਗੀਆਂ ਫਿਰ ਵੀ ਪ੍ਰੋਬਲਮ ਆ। ਸੋ ਜਿਹਦੇ ਕਰਕੇ ਆਪਾਂ ਵਹੀਕਲਸ ਤਾਂ ਵੱਧ ਖਰੀਦ ਰਹੇ ਆ ਬਟ ਆਪਾਂ ਕੋਈ ਉਹਦੇ ਲਈ ਦਰਖਤ ਵਗੈਰਾ ਨਹੀਂ ਲਗਾ ਰਹੇ। ਸੋ ਇਹਦੇ ਨਾਲ ਕੀ ਹੋਊਗਾ ਜੀ, ਬੈਲੈਂਸ ਹੈ ਨਾ ਜਿਹੜਾ ਆਪਣੀ ਧਰਤੀ ਤੇ ਉਹ ਵਿਗੜੂਗਾ ਤੇ ਵਿਗੜਨ ਨਾਲ ਬਹੁਤ ਸਾਰੇ ਜਿਹੜੇ ਇਹਦੇ ਕਨਸੀਕੁਐਂਸਸ ਹੈਗੇ ਆ, ਜਿਹੜੇ ਕਿ ਬੈਡ ਕਨਸੀਕੁਐਂਸਸ ਹੈਗੇ ਆ, ਜਿਹੜੇ ਬੁਰੇ ਨਤੀਜੇ ਹੈਗੇ ਆ ਜੀ ਉਹ ਵੀ ਸਾਨੂੰ ਫੇਸ ਕਰਨੇ ਪੈਣੇ ਆ। ਜੇਕਰ ਆਪਾਂ ਹੋਰ ਗੱਲ ਕਰੀਏ, ਪੋਲੂਸ਼ਨ ਕਿੰਨਾ ਜ਼ਿਆਦਾ ਹੋ ਰਿਹਾ ਹੈ ਨਾ, ਆਪਣੇ ਜਿਹੜੀਆਂ ਫੈਕਟਰੀਜ਼ ਨੇ ਜੀ ਉਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ। ਦਿਨੋਂ ਦਿਨ ਫੈਕਟਰੀਜ਼ ਵਧਣ ਦੇ ਨਾਲ ਉਹਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਜੀ ਹੈ ਨਾ, ਉਹ ਜਿਹੜਾ ਪੋਲੂਟਡ ਵਾਟਰ ਹੁੰਦਾ ਉਹ ਵੀ ਆਪਾਂ ਨਦੀਆਂ ਦੇ ਵਿੱਚ ਹੀ ਸਿੱਟ ਰਹੇ ਆ। ਤੇ ਉਹਨਾਂ ਫੈਕਟਰੀਆਂ ਦੇ ਵਿੱਚ ਜਿਵੇਂ ਕਿ ਤੁਸੀਂ ਆਹ ਡਾਇਗਰਾਮ ਵੇਖੋ, ਇਹਨਾਂ ਵਿੱਚੋਂ ਧੂਆਂ ਨਿਕਲ ਰਿਹਾ, ਠੀਕ ਹੈ ਜੀ। ਜਾਂ ਫਿਰ ਆਪਾਂ ਕੋਈ ਵੀ ਜਹਾਜ਼ ਵਗੈਰਾ ਚਲਾ ਰਹੇ ਆ ਉਹਦੇ ਵਿੱਚ ਵੀ ਹੈ ਨਾ ਕਿੰਨੀਆਂ ਗੈਸਸ ਨਿਕਲਦੀਆਂ ਨੇ ਜੀ ਜਿਹੜੀਆਂ ਕਿ ਬਹੁਤ ਜ਼ਿਆਦਾ ਪੋਲੂਸ਼ਨ ਸਪਰੈਡ ਕਰਦੀਆਂ ਨੇ। ਜਾਂ ਫਿਰ ਆਪਾਂ ਕੋਲ ਪਾਵਰ ਸਟੇਸ਼ਨ ਹੋ ਗਏ ਜਾਂ ਫਿਰ ਕੋਈ ਨਿਊਕਲੀਅਰ ਪਾਵਰ ਸਟੇਸ਼ਨ ਹੋ ਗਿਆ, ਆਪਾਂ ਫੋਰੈਸਟ ਨੂੰ ਵੱਢ ਰਹੇ ਆ ਜੀ, ਇੰਡਸਟਰੀਅਲ ਪੋਲੂਸ਼ਨ ਹੋ ਗਿਆ ਤੇ ਹੋਰ ਇਹੋ ਜਿਹੇ ਮਤਲਬ ਕਿ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕੀ ਕਰ ਰਹੀਆਂ ਨੇ, ਆਪਣੇ এনवायरमेंट ਨੂੰ ਨੁਕਸਾਨ ਪਹੁੰਚਾ ਰਹੀਆਂ ਨੇ। ਸੋ ਜਿਹਦੇ ਕਰਕੇ ਆਪਣੀ ਜਿਹੜੀ ਧਰਤੀ ਹੈਗੀ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਊਗੀ, ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਧਰਤੀ ਰਹਿਣ ਯੋਗ ਨਹੀਂ ਰਹੂਗੀ। ਐਂਡ ਆਪਾਂ ਇਹਨਾਂ ਨੂੰ ਹੋਰ ਕਿਵੇਂ ਘਟਾ ਸਕਦੇ ਆ, ਜਿਹੜੇ ਕਿ ਸਟੈਪਸ ਹੈਗੇ ਨੇ, ਆਪਾਂ ਕਿਹੜੇ ਸਟੈਪਸ ਲੈ ਸਕਦੇ ਆ ਆਪਾਂ ਨਾ ਪੋਪੂਲੇਸ਼ਨ ਨੂੰ ਰੋਕਣ ਲਈ। ਪੋਪੂਲੇਸ਼ਨ ਨੂੰ ਮਤਲਬ ਕਿ
ਜਿਵੇਂ ਕਿ 2 ਚਾਈਲਡ ਪਾਲਿਸੀਜ਼ ਹੋ ਗਈ, ਇਹ ਇਸ ਤਰ੍ਹਾਂ ਦੀਆਂ ਕੁਝ ਨੀਤੀਆਂ ਬਣਾ ਸਕਦੇ ਹਾਂ ਐਂਡ ਆਪਾਂ ਵੱਧ ਤੋਂ ਵੱਧ ਦਰਖਤ ਲਗਾ ਸਕਦੇ ਹਾਂ ਜੀ, ਹਨਾ ਵੀ ਆਪਾਂ ਲੋਕਾਂ ਨੂੰ ਅਵੇਅਰ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਬਾਰੇ। ਸੋ ਦੋਸਤੋ ਇੱਕ ਛੋਟਾ ਜਿਹਾ ਇਹ ਟੌਪਿਕ ਸੀਗਾ ਜੀ। ਉਮੀਦ ਕਰਦਾ ਤੁਹਾਨੂੰ ਇਹ ਜਿਹੜਾ ਸੈਸ਼ਨ ਹੈ ਜੀ ਇਹ ਜ਼ਰੂਰ ਸਮਝ ਆਇਆ ਹੋਊਗਾ। ਜੇਕਰ ਸਮਝ ਆਇਆ ਹੈ ਤਾਂ ਇਸ ਚੈਨਲ ਦੀ ਜਿਹੜੀ ਵੀਡੀਓ ਹੈਗੀ ਹੈ ਜੀ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਚੈਨਲ ਤੇ ਜੇਕਰ ਨਵੇਂ ਹੋ, ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਬਸਕ੍ਰਾਈਬ ਬਟਨ ਤੇ ਜ਼ਰੂਰ ਕਲਿੱਕ ਕਰ ਲਿਓ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ।